ਸੂਹੀ महला पहला। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਾਮਹੀਨ ਪੁਰਖਾਂ ਦੀ ਹਾਲਤ ਇੰਜ ਬਿਆਨ ਕਰਦੇ ਹਨ। ਜੋ ਆਰਣ ਲੋਹਾ ਪਾਏ, ਜਿਵੇਂ ਲੋਹਾਰ ਆਰਨ ਭੱਠੀ ਦੇ ਵਿੱਚ ਲੋਹੇ ਪਾ ਪਾ ਕੇ ਪੰਨ ਕਢਾਈਐ, ਉਸ ਨੂੰ ਭੰਨ ਤੋੜ ਕੇ ਕੱਢਦਾ ਹੈ। ਜੋ ਸਾਖਤ ਜੋਨੀ ਪਾਏ, ਤਿਵੇਂ ਧਰਮ ਰਾਜਾ ਰੂਪ ਲੋਹਾਰ ਸਾਖਤ ਸ਼ਕਤੀ ਦੇ ਉਪਾਸ਼ਕ ਜਾਂ ਕਠੋਰ ਚਿੱਤ ਵਾਲੇ ਮਨਮੁਖ ਪੁਰਸ਼ਾਂ ਨੂੰ ਜੂਨਾਂ 'ਚ ਪਾ ਕੇ ਸਜ਼ਾਵਾਂ ਦਿੰਦਾ ਹੈ। ਭਵੈ ਭਵਾਈਐ, ਹਰ ਉਹ ਜੀਵ ਵਾਸ਼ਨਾ ਦਾ ਬੱਝਾ ਹੋਇਆ ਜਾਂ ਆਪਣੇ ਕਰਮਾਂ ਦਾ ਭਰਮਾਇਆ ਹੋਇਆ ਜੂਨਾਂ ਦੇ ਵਿੱਚ ਪਾਉਂਦਾ ਫਿਰਦਾ ਹੈ ਜਾਂ ਸੰਸਾਰ ਦੇ ਵਿੱਚ ਪਾਉਂਦਾ ਫਿਰਦਾ ਰਹਿੰਦਾ ਹੈ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਆਪਣੇ ਸਰੂਪ ਦਾ ਗਿਆਨ ਬੁੱਝਣ ਤੋਂ ਬਿਨਾਂ ਜਾਂ ਗੁਰੂ ਸਾਹਿਬ ਜੀ ਦੀ ਸਿੱਖਿਆ ਬੁੱਝਣ ਤੋਂ ਬਿਨਾਂ ਸਾਰੇ ਪਾਸਿਆਂ ਤੋਂ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ ਅਤੇ ਜੀਵ ਦੁੱਖ ਹੀ ਕਮਾਉਣਾ ਕਰਦੇ ਨੇ। ਜਾਂ ਜਿਹੜਾ ਕਿਸੇ ਨੂੰ ਦੁੱਖ ਕਸ਼ਟ ਦੇਣਾ ਕਰਦਾ ਹੈ, ਇਹ ਦੁੱਖ ਦਾ ਦੁੱਖ ਰੂਪ ਫਲ ਹੀ ਅੰਤ ਨੂੰ ਉਹਦੇ ਕਮਾਉਣਾ ਕੰਮ ਆਉਂਦਾ ਹੈ। ਦੁੱਖ ਵਿੱਚ ਜੀਉ ਰਲਾਇਆ ਦੁਖੀਆ ਚੱਲਿਆ ਰੋਏ। ਹਉਮੈ ਆਵੈ ਜਾਇ, ਸੋ ਹਉਮੈ ਦੇ ਸਹਿਤ ਹੋਣ ਕਰਕੇ ਜੀਵ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਨੇ। ਭਰਮ ਭੁਲਾਵਣਾ, ਜਿਨ੍ਹਾਂ ਨੇ ਭਰਮ ਕਰਕੇ ਆਪਣੇ ਆਪ ਨੂੰ ਭੁਲਾਉਣਾ ਕੀਤਾ ਹੈ, ਉਹ ਅਹੰਤਾ ਦੇ ਸਹਿਤ ਹੋਣ ਕਰਕੇ ਆਉਂਦੇ ਜਾਂਦੇ ਭਾਵ ਜੰਮਦੇ ਮਰਦੇ ਰਹਿੰਦੇ ਨੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਤੂੰ ਗੁਰਮੁਖ ਰੱਖਣਹਾਰ, ਇਹ ਪਰਮੇਸ਼ਰ ਤੂੰ ਗੁਰਮੁਖ ਜਨਾਂ ਨੂੰ ਰੱਖਣ ਵਾਲਾ ਹੈ। ਹਰ ਨਾਮ ਧਿਆਈਐ, ਕਿਉਂਕਿ ਉਹ ਤੇਰੇ ਹਰੀ ਨਾਮ ਨੂੰ ਧਿਆਉਂਦੇ ਹਨ। ਇਸੇ ਪ੍ਰਕਾਰ ਤੂੰ ਗੁਰਮੁਖ ਰੱਖਣਹਾਰ, ਜੋ ਮੁਖੀ ਗੁਰਾਂ ਦੁਆਰਾ ਮਹਾਰਾਜ ਕਹਿੰਦੇ ਨੇ ਹਰ ਨਾਮ ਧਿਆਈਐ। ਇਹ ਵਾਹਿਗੁਰੂ ਤੇਰਾ ਨਾਮ ਧਿਆਉਂਦੇ ਨੇ, ਤੂੰ ਉਹਨਾਂ ਦੀ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਮਿਲਹਿ ਤੁਝੈ ਰਜਾਈ, ਜੋ ਤੇਰੀ ਆਗਿਆ ਵਿੱਚ ਰਹਿ ਕੇ ਸ਼ਬਦ ਕਮਾਈਐ, ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਨੇ, ਤੂੰ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਤੂੰ ਕਰ ਕਰ ਵੇਖਿਆ ਆਪ, ਇਹ ਵਾਹਿਗੁਰੂ ਤੂੰ ਕਰਕੇ ਉਤਪਤੀ ਫਿਰ ਕਰਕੇ ਪਾਲਣਾ, ਆਪ ਹੀ ਸਭ ਦੇ ਕਰਤੱਵਾਂ ਨੂੰ ਵੇਖਦਾ ਹੈ ਕਿ ਜੀਵ ਮੇਰੇ ਵੱਲ ਆਉਂਦੇ ਨੇ ਕਿ ਜਾਂ ਦੁਨੀਆ ਵੱਲ ਲੱਗਦੇ ਨੇ। ਦੇਹ ਸੋ ਪਾਈਐ, ਅਤੇ ਜੋ ਕੁਝ ਵੀ ਦੇਣਾ ਕਰਦਾ ਹੈ ਉਹੀ ਪਾਉਣਾ ਕਰੀਦਾ ਹੈ। ਇਹ ਜੀਵ ਉਹੀ ਕੁਛ ਪਾਉਂਦੇ ਨੇ। ਤੂੰ ਦੇਖੈ ਥਾਪ ਉਥਾਪ, ਤੂੰ ਆਪ ਹੀ ਸੰਸਾਰ ਨੂੰ ਸਥਿਤ ਕਰਕੇ ਫਿਰ ਪੁੱਟਣਾ ਭਾਵ ਨਾਸ਼ ਕਰਕੇ ਦੇਖਦਾ ਹੈ। ਦਰ ਬਿਨਾਈਐ, ਸੋ ਸਭ ਜੀਵਾਂ ਦੇ ਦਰ ਵਿੱਚ ਤੇਰੀ ਨਿਗਾਹ ਹੁੰਦੀ ਹੈ। ਅਥਵਾ ਪਾਸ਼ਾ ਫਰਮਾਉਂਦੇ ਨੇ ਤੂੰ ਦੇਖੈ ਥਾਪ ਉਥਾਪ, ਸੋ ਜਿਨ੍ਹਾਂ ਨੇ ਗੁਰਾਂ ਦੁਆਰਾ ਗੁਰਾਂ ਦੀ ਕਿਰਪਾ ਕਰਕੇ ਹਿਰਦੇ ਵਿੱਚੋਂ ਅਗਿਆਨ ਨੂੰ ਪੁੱਟ ਕੇ ਗਿਆਨ ਨੂੰ ਅਸਥਿਤ ਕੀਤਾ ਹੈ, ਤੂੰ ਉਹਨਾਂ ਵੱਲ ਮਿਹਰ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ। ਦਰ ਬਿਨਾਈਐ, ਆਪਣੇ ਦਰ ਦੇ ਵਿੱਚ ਝੁਕ ਕੇ ਵੱਖ ਕੱਢ ਲੈਂਦਾ, ਪਾਪਾ ਪੁੰਨਾਂ ਤੋਂ ਨਿਆਰੀ ਕਰਕੇ
ਉਹਨਾਂ ਨੂੰ ਮੁਕਤ ਕਰ ਦਿੰਦਾ ਹੈ। ਇਸੇ ਪ੍ਰਕਾਰ ਤੂੰ ਦੇਖੈ ਥਾਪ ਉਥਾਪ, ਸੋ ਪਾਤਸ਼ਾਹ ਜੀ ਕਥਨ ਕਰਦੇ ਨੇ ਦਰ ਬੀਨਾਈਐ। ਪਾਠ ਵੈਸੇ ਦਰ ਬੀਨਾਈਆ ਹੀ ਹੈ, ਪਰ ਜੇ ਦੂਜਾ ਪਾਠ ਦਰਬੀ ਨਾਈ ਹੈ ਇੰਜ ਮੰਨ ਲਈਏ ਤਾਂ ਦਰਬੀ ਦਾ ਅਰਥ ਹੈ ਕੜਛੀ। ਜੋ ਕੜਛੀ ਦੀ ਤਰ੍ਹਾਂ ਪਦਾਰਥਾਂ ਦੇ ਵਿੱਚ ਨਿਰਲੇਪ ਰਹਿੰਦੇ ਨੇ, ਉਹਨਾਂ ਵੱਲ ਇਹ ਵਾਹਿਗੁਰੂ ਤੂੰ ਦੇਖੈ, ਆਪਣੀ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਹੈ ਅਤੇ ਥਾਪ ਥਾਪ ਔਗਣਾਂ ਨੂੰ ਵਿਕਾਰਾਂ ਨੂੰ ਹਿਰਦੇ 'ਚੋਂ ਪੁੱਟ ਕੇ ਅਤੇ ਗੁਣਾਂ ਨੂੰ ਸਥਿਤ ਕਰ ਦਿੰਦਾ ਹੈ, ਜੋ ਕੜਛੀ ਦੀ ਤਰ੍ਹਾਂ ਪਦਾਰਥਾਂ ਦੇ ਵਿੱਚ ਨਿਰਲੇਪ ਰਹਿੰਦੇ ਨੇ। ਸੋ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ। ਬ੍ਰਹਮ ਗਿਆਨੀ ਕਹਿੰਦੇ ਪਦਾਰਥਾਂ ਦੇ ਵਿੱਚ ਇੰਝ ਨਿਰਲੇਪ ਹੈ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਅਤੇ ਮੁਰਗਾਬੀ ਉਹਦੇ ਖੰਭ ਪਾਣੀ ਦੇ ਵਿੱਚ ਨਿਰਲੇਪ ਰਹਿੰਦੇ ਨੇ, ਇਉਂ ਗੁਰਮੁਖ ਸ਼ਬਦ ਦੇ ਵਿੱਚ ਸੁਰਤ ਟਿਕਾ ਕੇ ਪਦਾਰਥਾਂ ਦੇ ਵਿੱਚ ਰਹਿੰਦਿਆਂ, ਜਿਵੇਂ ਕਮਲ ਰਹਿੰਦਾ ਵੀ ਚਿੱਕੜ 'ਚ ਹੈ ਪਰ ਉਹਦੀਆਂ ਪੰਖੜੀਆਂ 'ਤੇ ਨਹੀਂ ਲੱਗਦਾ, ਇੰਝ ਸੋ ਗੁਰਮੁਖ ਦਾ ਜਿਹੜਾ ਮਨ ਹੈ, ਹਿਰਦਾ ਹੈ, ਉਹ ਪਦਾਰਥਾਂ ਦੀ ਮੋਹ ਮਾਇਆ ਦੇ ਚਿੱਕੜ ਨਾਲ ਭਰਦਾ ਨਹੀਂ ਹੈ, ਉਹ ਨਿਰਲੇਪ ਰਹਿੰਦੇ ਹਨ। ਮਹਾਰਾਜ ਨੇ ਆਖਿਆ ਐ ਰੇ ਮਨ ਐਸੋ ਕਰ ਸੰਨਿਆਸਾ। ਇਹ ਮੇਰੇ ਮਨਾ ਤੂੰ ਇਹੋ ਜਿਹਾ ਸੰਨਿਆਸ ਧਾਰਨ ਕਰ ਲੈ, ਬਨ ਸੇ ਸਦਨ ਸਭੈ ਕਰ ਸਮਝੋ। ਆਪਦੇ ਘਰ ਨੂੰ ਹੀ ਜੰਗਲ ਬਣਾ ਲਾ। ਮਨ ਹੀ ਮਾਹੀ ਉਦਾਸਾ, ਅਤੇ ਮਨ ਹੀ ਮਨ ਦੇ ਵਿੱਚ ਉਦਾਸ ਰਹਿਣਾ ਕਰ। ਭਾਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੋ ਅੰਮ੍ਰਿਤ ਵੇਲੇ ਸੱਚਾ ਨਾਮ ਜਪਣਾ, ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਹੈ, ਇਹੀ ਸਰਵ ਸ੍ਰੇਸ਼ਟ ਹੈ। ਦੇਹੀ ਹੋਵਗ ਖਾਕ, ਇਹ ਜਿਹੜੀ ਦੇਹ ਕਾਇਆ ਹੈ ਇਹ ਖਾਕ ਮਿੱਟੀ ਦੀ ਢੇਰੀ ਹੋ ਜਾਵੇਗੀ। ਪਵਨ ਉਡਾਈਐ, ਸੋ ਪੌਣ ਭਾਵ ਜਦ ਸਵਾਸ ਉੱਡ ਜਾਣਗੇ, ਸਵਾਸਾਂ ਦੇ ਨਾਲ ਹੀ ਇਹ ਤੁਰੀ ਫਿਰਦੀ ਹੈ। ਜਦ ਸਵਾਸ ਉੱਡ ਜਾਣਗੇ, ਸਵਾਸਾਂ ਦੇ ਉੱਡ ਜਾਣ ਕਰਕੇ ਜਿਹੜੀ ਕਾਇਆ ਹੈ ਖਾਕ ਹੋ ਜਾਵੇਗੀ, ਮਿੱਟੀ ਦੀ ਢੇਰੀ ਹੋ ਜਾਵੇਗੀ। ਇਹੋ ਕਿੱਥੈ ਘਰ ਉਤਾਕ, ਫਿਰ ਇਹ ਘਰ ਅਤੇ ਬੈਠਕਾਂ ਕਿਸ ਤਰ੍ਹਾਂ ਰਹਿਣੀਆਂ ਨੇ। ਦਰਵਾਜ਼ਿਆਂ ਦੇ ਨਾਲ ਹੀ ਪੁਰਾਣੇ ਘਰਾਂ 'ਚ ਬੈਠਕ ਹੁੰਦੀ ਸੀ, ਅੱਜ ਕੱਲ੍ਹ ਡਰਾਇੰਗ ਰੂਮ ਬਣ ਗਏ ਨੇ। ਬੈਠਕਾਂ ਦੇ ਵਿੱਚ ਕੁਰਸੀਆਂ ਦੇ ਮੇਜ਼ ਹੁੰਦੇ ਸਨ, ਅੱਜ ਕੱਲ੍ਹ ਸੋਫੇ ਆ ਗਏ ਨੇ। ਗੱਲ ਉਹੀ ਹੈ ਜਿਹਨੂੰ ਕਾਨਫਰੰਸ ਹਾਲ ਕਹਿੰਦੇ ਨੇ, ਮਿਲ ਕੇ ਬੈਠ ਕੇ ਵਿਚਾਰ ਕਰਨੇ। ਸੋ ਜਿਹੜੀਆਂ ਬੈਠਕਾਂ ਨੇ, ਔਤਾਕ ਦਾ ਮਤਲਬ ਹੈ ਬੈਠਕਾਂ, ਡਰਾਇੰਗ ਰੂਮ। ਇਹ ਜਿਹੜੇ ਘਰ ਨੇ ਵੱਡੇ ਵੱਡੇ ਬੈੱਡਰੂਮ ਨੇ ਅਤੇ ਬੈਠਕਾਂ ਹਨ, ਡਰਾਇੰਗ ਰੂਮ ਨੇ। ਇਹ ਕਿਸ ਤਰ੍ਹਾਂ ਰਹਿਣੀਆਂ ਨੇ। ਭਾਵ ਜੋ ਇਹ ਘਰ ਨੇ ਇਹ ਅੱਗੇ ਕਿੱਥੋਂ ਹੋਏ ਹਨ। ਔਤਾਕ ਬੋੜੋਂ ਤੱਕ ਦੇਖ ਭਾ ਵਿਚਾਰ, ਇਹਨਾਂ 'ਚ ਫਸਣ ਕਰਕੇ ਮਹਿਲ ਨਾ ਪਾਈਐ। ਜਿਹੜਾ ਅਸਲੀ ਮਹਿਲ ਹੈ, ਸਰੂਪ ਰੂਪੀ ਮਹਿਲ ਹੈ,
ਉਹ ਨਹੀਂ ਪਾਉਣਾ ਕਰੀਦਾ। ਦੇਹੋ ਦੀਵੀ ਅੰਧ ਘੋਰ। ਇਹ ਚਿੱਟਾ ਦਿਨ ਚੜ੍ਹਿਆ ਹੋਇਆ ਵੀ ਸਾਖਤ ਪੁਰਸ਼ਾਂ ਦੇ ਭਾਗ ਦਾ ਭਿਆਨਕ ਅੰਧੇਰਾ ਹੈ। ਜਿਹੜੇ ਉੱਲੂ ਨੇ, ਉੱਲੂ ਚਿੜੀਆ ਘਰ ਦੇ ਵਿੱਚ ਆ ਛੱਤ ਬੀੜ ਵੀ ਰੱਖੇ ਹੋਏ ਨੇ, ਉਹਨਾਂ ਲਈ ਸਪੈਸ਼ਲ ਉਹਨਾਂ ਨੇ ਜ਼ਮੀਨ ਦੇ ਵਿੱਚ ਭੂਰਾ ਪੁੱਟ ਕੇ ਅਤੇ ਹਨੇਰਖਾਨਾ ਬਣਾਇਆ ਹੋਇਆ ਹੈ। ਉੱਤੇ ਲਿਖ ਕੇ ਲਾਇਆ ਹੋਇਆ ਹੈ, ਆ ਜਿਹੜੀਆਂ ਚਾਮ ਚਿੜਕਾਂ ਨੇ, ਉੱਲੂ ਨੇ, ਚਮਗਿੱਦੜ ਨੇ, ਲਿਖਿਆ ਵੀ ਹਨੇਰੇ ਵਿੱਚ ਰਹਿਣ ਵਾਲੇ ਜੀਵ, ਉਹਨਾਂ ਨੂੰ ਚੰਗਾ ਹੀ ਹਨੇਰਾ ਲੱਗਦਾ ਹੈ, ਦਿਖਦਾ ਹੀ ਹਨੇਰੇ ਵਿੱਚ, ਚਾਨਣ ਉਹਨਾਂ ਨੂੰ ਉੱਕਾ ਚੰਗਾ ਨਹੀਂ ਲੱਗਦਾ। ਇਉਂ ਚਿੱਟਾ ਦਿਨ ਚੜ੍ਹਿਆ ਹੋਇਆ ਭਾਵ ਗੁਰਦੁਆਰੇ ਵੇਖੋ ਕਿੰਨਾ ਚਟਾਨ ਪ੍ਰਤੱਖ ਲਾਈਟਾਂ ਜਗ ਰਹੀਆਂ ਨੇ, ਪਰ ਸਾਖਤ ਪੁਰਸ਼ ਦੇ ਭਾਣਿਆਂ 'ਚ ਰਾਤ ਹੀ ਪਈ ਹੋਈ ਹੈ। ਮੇਰੇ ਵਰਗੇ ਤਾਂ 6 ਵਜੇ ਵੀ ਉੱਠਣ ਨੂੰ ਜੀ ਨਹੀਂ ਕਰਦਾ, ਉਹਦੇ ਭਾਣੇ ਅੱਧੀ ਰਾਤ ਹੋਈ ਹੈ। ਹੁਣੇ ਤਾਂ ਸੌਣ ਦਾ ਟਾਈਮ ਹੈ ਅਤੇ ਹੁਣੇ ਬਾਬਾ ਬੋਲ ਪਿਆ। ਅਤੇ ਇਸ ਤਰੀਕੇ ਦੇ ਨਾਲ ਚਿੱਟਾ ਦੇਣ ਦਾ ਮਤਲਬ ਇਹ ਹੈ ਉਹ ਗੁਰਬਾਣੀ ਦਾ ਉਪਦੇਸ਼ ਜਗ੍ਹਾ ਜਗ੍ਹਾ 'ਤੇ ਹਰੇਕ ਸੈਕਟਰ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਗੁਰਬਾਣੀ ਦੀ ਕਥਾ ਹੋ ਰਹੀ ਹੈ, ਗੁਰਬਾਣੀ ਦਾ ਨਿਤਨੇਮ ਹੋ ਰਿਹਾ ਹੈ। ਇਹੀ ਚਿੱਟਾ ਦਿਨ ਚੜ੍ਹਿਆ ਹੋਇਆ ਹੈ, ਪਰ ਸਾਖਤ ਪੁਰਸ਼ਾਂ ਦੇ ਭਾਅ ਦਾ ਬੜਾ ਭਿਆਨਕ ਅੰਧੇਰਾ ਹੈ। ਕਿਉਂਕਿ ਉੱਲੂਆਂ ਦੀ ਤਰ੍ਹਾਂ ਉਹਨਾਂ ਵੇਖਣਾ ਹੀ ਨਹੀਂ, ਸ਼ੁਭ ਗੁਣਾਂ ਦਾ ਤਿਆਗ ਕਰਕੇ ਹਿਰਦੇ ਰੂਪੀ ਘੱਬ ਮੁਹਾਈਆ। ਘੱਬ ਦਾ ਅਰਥ ਹੈ ਘਰ, ਹਿਰਦੇ ਰੂਪੀ ਘਰ ਨੂੰ ਔਗਣਾ ਕਾਮ ਆਦਿਕਾਂ ਰੂਪੀ ਚੋਰਾਂ ਦੇ ਕੋਲੋਂ ਉਹ ਲੁਟਾ ਰਹੇ ਹਨ। ਇਸੇ ਪ੍ਰਕਾਰ ਦੋਹੋ ਦੀਵੀ, ਦੋਹੋ ਨਹੀਂ ਦੇਹੋ, ਦੇਹੋ ਦੀਵੀ ਅੰਧ ਘੋਰ। ਦਿਨ ਦੀਵੀ ਦੀ ਤਰ੍ਹਾਂ ਸੱਜਾ ਖੱਬਾ ਨੇਤਰ ਇਹਨਾਂ ਦੇ ਹੁੰਦਿਆਂ ਹੀ ਅੰਧ ਘੋਰ ਮੌਤ ਦਾ ਭਿਆਨਕ ਸਮਾਂ ਆ ਜਾਵੇਗਾ। ਘੱਬ ਮੁਹਾਈਆ। ਅਤੇ ਯਮਦੂਤ ਘੱਬ ਭਾਵ ਸੂਖਮ ਸਰੀਰ ਨੂੰ ਲੁੱਟ ਕੇ ਪਰਲੋਕ ਵੱਲ ਲੈ ਜਾਣਗੇ। ਗਰਭ ਮੁਸੈ ਘਰ ਚੋਰ। ਗਰਭ ਹੰਕਾਰ ਆਦਿਕ ਚੋਰ ਤੇਰੇ ਘਰ ਨੂੰ ਲੁੱਟ ਰਹੇ ਹਨ, ਤੈਨੂੰ ਪਤਾ ਹੀ ਨਹੀਂ, ਤੂੰ ਫਰਾਟਾ ਲਾ ਕੇ ਸੁੱਤਾ ਪਿਆ ਹੈ। ਉਹ ਇੱਕ ਵਾਰ ਨਵੇਂ ਫਰਾਟੇ ਆਏ ਅਤੇ ਚੋਰਾਂ ਨੇ ਸਾਰੇ ਘਰ ਨੂੰ ਲੁੱਟ ਪੁੱਟ ਕੇ ਅਤੇ ਫਰਾਟੇ ਨੂੰ 100 ਰੁਪਈਆ ਮੱਥਾ ਟੇਕਿਆ ਵੀ ਧੰਨ ਬਾਬਾ। ਇਸ ਤਰ੍ਹਾਂ ਹੀ ਸਾਡੀ ਮਦਦ ਕਰਦਾ ਰਹੀ। ਮਤਲਬ ਇੰਨੀ ਆਵਾਜ਼ ਹੁੰਦੀ ਸੀ ਜਦੋਂ ਨਵੇਂ ਆਏ ਸਨ, ਇੰਝ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ, ਤੂੰ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਤੇਰੇ ਘਰ ਨੂੰ ਚੋਰ ਲੱਗੇ ਹੋਏ ਹਨ। ਸਾਧ ਸੰਗਤ ਜੀ, ਉਹ ਘਰ ਕਿਹੜਾ ਹੈ? ਇਹ ਸਾਡਾ ਸਰੀਰ ਘਰ ਹੈ। ਚੋਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਸ ਦੇ ਹੀ ਅੰਦਰ 5 ਚੋਰ ਵਸੈ। 5 ਚੋਰ ਵਸਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਪੁਰਾਣਾ ਟਾਈਮ ਸੀਗਾ, ਗਰੀਬ ਲੋਕ ਚੋਰੀ ਕਰਦੇ ਸੀ। ਅੱਜ ਕੱਲ੍ਹ ਪਤਾ ਨਹੀਂ ਲੱਗਦਾ ਵੀ ਚੋਰ ਕੌਣ ਹੈ ਅਤੇ ਸਾਧ ਕੌਣ ਹੈ, ਕਿਉਂਕਿ ਜਿਹੜੇ ਚੋਰ ਨੇ ਉਹ ਬੜੇ ਚੁਸਤ ਹੋ ਗਏ ਨੇ। ਸਭ ਤੋਂ ਪਹਿਲਾਂ ਉਹ ਸਾਧ ਬਣਦੇ ਨੇ। ਸਾਧ ਲੋਕਾਂ ਨੂੰ ਲੁੱਟਣਾ ਸੌਖਾ ਹੋ ਜਾਂਦਾ, ਕਿਉਂਕਿ ਧਰਮ ਦੇ ਨਾਮ 'ਤੇ ਠੱਗੀ ਸੌਖੀ ਵੱਜਦੀ ਹੈ। ਅਤੇ ਜਾਂ ਫਿਰ ਉਹ ਅਮੀਰਜ਼ਾਦੇ, ਅਮੀਰਾਂ ਦੇ ਕਾਕੇ ਬੜੇ ਸੋਹਣੇ ਕੱਪੜੇ ਪਾ ਕੇ ਕਾਰਾਂ ਦੇ ਵਿੱਚ ਘੁੰਮਦੇ ਨੇ, ਕਿਉਂਕਿ ਨਸ਼ਿਆਂ ਦੀ ਲਾਤੀ ਇੰਨੀ ਮਹਿੰਗੀ ਲੱਗ ਗਈ, ਖਰਚਾ ਪੂਰਾ ਨਹੀਂ ਹੁੰਦਾ, ਘਰ ਦੇ ਦਿੰਦੇ ਕੋਈ ਨਹੀਂ, ਅਤੇ ਇਸ ਲਈ ਖਰਚਾ ਪੂਰਾ ਕਰਨ ਵਾਸਤੇ ਕੁਝ ਨਾ ਕੁਝ ਤਾਂ ਕਰਨਾ ਪਊਗਾ। ਇਸ ਲਈ ਅੱਜ ਕੱਲ੍ਹ ਦੇ ਚੋਰ ਅਮੀਰਾਂ ਦੇ ਕਾਕੇ, ਅਫਸਰਾਂ ਦੇ ਮੁੰਡੇ ਅਤੇ ਸਾਧੂ ਸੰਤਾਂ ਦੇ
चिट्टे बाणे विच लिबास दे विच 100 ਦੇ ਵਿੱਚੋਂ ਘੱਟੋ ਘੱਟ 99 ਚੋਰ ਇਸ ਤਰ੍ਹਾਂ ਦੇ ਹੋਣਗੇ। ਤੇ ਇਸ ਲਈ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਚੋਰ ਹੈ ਤੇ ਕਿਹੜਾ ਨਹੀਂ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਦੇ ਹੀ ਅੰਦਰ ਪੰਜ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ। ਨਾਮ ਅੰਮ੍ਰਿਤ ਨੂੰ ਲੁੱਟੀ ਜਾ ਰਹੇ ਨੇ, ਮਨਮੁਖ ਇਸ ਗੱਲ ਨੂੰ ਸਮਝ ਨਹੀਂ ਰਿਹਾ। ਮਹਾਂਪੁਰਖੇ ਧਾਰਨਾ ਆਮ ਹੀ ਪੜਿਆ ਕਰਦੇ। ਇਹ ਪੰਛੀ ਇਕੱਲਾ ਏ ਇਹਦੇ ਮਕਰ ਸ਼ਿਕਾਰੀ ਬਹੁਤੇ। ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ। ਸੋ ਫਰੀਦਾ ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਸਰਵਰ ਪੰਖੀ ਹੇਕੜੋ, ਇਹ ਜਿਹੜਾ ਸਰੋਵਰ ਹੈ ਇਹਦੇ ਤੇ ਪੰਛੀ ਇੱਕੋ ਹੀ ਹੈ, ਜੀਵ ਆਤਮਾ। ਸਰੀਰ ਰੂਪੀ ਸਰੋਵਰ ਤੇ ਜੀਵ ਆਤਮਾ ਇੱਕ ਪੰਛੀ ਹੈ। ਤੇ ਫਾਹੀ ਵਾਲ 50, ਇਹਨੂੰ ਫਾਹ ਪਾਉਣ ਵਾਲੇ, ਜਾਲ ਪਾ ਕੇ ਪਕੜਨ ਵਾਲੇ 50 ਚੋਰ ਤੇ ਠੱਗ ਤੁਰੇ ਫਿਰਦੇ ਨੇ। ਕਿਤੇ ਕਾਮ ਹੈ, ਕਿਤੇ ਕ੍ਰੋਧ ਹੈ, ਕਿਤੇ ਲੋਭ ਹੈ, ਕਿਤੇ ਮੋਹ ਹੈ, ਕਿਤੇ ਹੰਕਾਰ ਹੈ, ਕਿਤੇ ਈਰਖਾ ਹੈ, ਕਿਤੇ ਝੂਠ ਹੈ, ਕਿਤੇ ਛਲ ਹੈ, ਕਿਤੇ ਫਰੇਬ ਹੈ, ਕਿਤੇ ਠੱਗੀ ਵਾਲਾ ਮਨ ਹੈ। ਬਹੁਤੇ ਜ਼ਿਆਦਾ ਸ਼ਿਕਾਰੀ ਹਨ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਇਹ ਸੰਸਾਰ ਰੂਪੀ ਸਰੋਵਰ ਹੈ, ਜੀਵ ਰੂਪ ਪੰਛੀ ਹੈ ਤੇ ਫਾਹਾ ਪਾਉਣ ਵਾਲੇ ਔਗਣਾ ਵਿਕਾਰਾਂ ਦੇ ਅਨੇਕਾਂ ਹੀ ਜਾਲ ਲਾ ਕੇ ਸ਼ਿਕਾਰੀ ਇਹਨੂੰ ਪਕੜਨ ਲਈ ਖੜੇ ਨੇ। ਇਹੋ ਧਨ ਲਹਿਰੀ ਗੱਡ ਥਿਆ। ਇਹ ਜਿਹੜਾ ਸਰੀਰ ਹੈ ਆਸਾ ਤ੍ਰਿਸ਼ਨਾ ਦੀਆਂ ਲਹਿਰਾਂ ਦੇ ਵਿੱਚ ਗੱਡਿਆ ਹੋਇਆ ਹੈ। ਸੱਚੇ ਤੇਰੀ ਆਸ, ਜਾਂ ਜੀਵ ਰੂਪ ਪੰਛੀ ਪਦਾਰਥਾਂ ਦੇ ਮੋਹ ਦੀਆਂ ਲਹਿਰਾਂ ਵਿੱਚ ਗੱਡਿਆ ਪਿਆ। ਇਹ ਸੱਚੇ ਪਰਮਾਤਮਾ ਇੱਕ ਤੇਰੀ ਹੋਈ ਆਸ ਹੈ, ਤੈਥੋਂ ਬਗੈਰ ਹੋਰ ਕੋਈ ਨਹੀਂ ਬਚਾ ਸਕਦਾ। ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ, ਮਹਾਰਾਜ ਕਹਿੰਦੇ ਇੱਕ ਬੰਦਾ ਨੌਜਵਾਨ ਹੋਵੇ, 18 ਤੋਂ ਲੈ ਕੇ 25 ਸਾਲ ਦੀ ਉਮਰ ਬੜੀ ਖਤਰਨਾਕ ਹੁੰਦੀ ਹੈ। ਜਾਂ ਸਮਝ ਲਓ 14-15 ਤੋਂ ਹੀ ਖਤਰਾ ਸ਼ੁਰੂ ਹੋ ਜਾਂਦਾ। 20-22 ਸਾਲ ਦਾ ਤਾਂ ਥੋੜ੍ਹਾ ਸਿਆਣਾ ਹੋ ਜਾਂਦਾ, ਪਰ ਖਤਰਾ ਉਦੋਂ ਵੀ ਹੈ। ਤੇ 14 ਸਾਲ ਤੋਂ ਤਾਂ ਬਹੁਤਾ ਹੀ ਜ਼ਿਆਦਾ ਖਤਰਾ ਸ਼ੁਰੂ ਹੋ ਜਾਂਦਾ, ਸਿਰ ਉੱਪਰ ਮੰਡਰਾਉਂਦਾ ਹੈ। ਇੱਕ ਬੱਚਾ ਹੋਵੇ ਜਵਾਨ ਤੇ ਬੋਝੀ ਦੇ ਵਿੱਚ ਨੋਟਾਂ ਦੀਆਂ ਦੱਤੀਆਂ ਹੋਣ, ਜਿਹੜੀਆਂ ਬਾਪੂ ਨੇ ਹੁਣੇ ਹੁਣੇ ਬੈਂਕ ਦੇ ਵਿੱਚੋਂ ਕਢਾ ਕੇ ਲਿਆਂਦੀਆਂ ਹੋਣ, ਤੇ ਬਾਪੂ ਦੇ ਪੁੱਛਣ ਤੋਂ ਬਗੈਰ ਮਾੜਾ ਜਿਹਾ ਮਾਂ ਨੂੰ ਇਸ਼ਾਰਾ ਕਰਕੇ ਝੋਲੇ ਵਿੱਚੋਂ ਖਸਕਾ ਲਏ ਵੀ ਮੈਂ ਚੱਲਿਆ। ਬੋਝੀਆਂ ਲਏ ਪਰ ਥੱਲੇ ਹੋਵੇ ਕਾਰ ਮਹਿੰਗੇ ਭਾਅ ਦੀ, ਤੇ ਟਾਈਮ ਹੋਵੇ ਸ਼ਾਮ ਦੇ 5 ਵਜੇ ਤੋਂ ਬਾਅਦ, ਹਨੇਰੇ ਪਏ, ਘਰੋਂ ਨਿਕਲ ਜਾਏ ਬਾਹਰ ਦੱਸਣ ਤੋਂ ਬਗੈਰ, ਤੇ ਰਾਤ ਨੂੰ ਪਹਿਲੀ ਗੱਲ ਤਾਂ ਮੁੜ ਕੇ ਨਹੀਂ ਆ ਸਕਦਾ। ਜੇ ਆਊ 2, 2:30, 3 ਵਜੇ ਤੇ ਕੋਈ ਨਾ ਕੋਈ ਚੰਦ ਚਾੜ ਕੇ ਆਊਗਾ, ਕੁਛ ਨਾ ਕੁਛ ਕਰਕੇ ਆਊਗਾ, ਬਚ ਕੇ ਨਹੀਂ ਆ ਸਕਦਾ। ਆਪ ਦਾ ਮੁਸ਼ਕਿਲ 'ਚ ਪੈਣਾ, ਦੂਜਿਆਂ ਨੂੰ ਵੀ ਮੁਸ਼ਕਿਲ 'ਚ ਪਾਊਗਾ। ਫਿਰ ਉਹਨੇ ਪੀਤੀ ਹੋਵੇ ਸ਼ਰਾਬ, ਫਿਰ ਤਾਂ ਬਿਲਕੁਲ ਹੀ ਬਚ ਕੇ ਨਹੀਂ ਆ ਸਕਦਾ।
ਜਾਂ ਆਪਦਾ ਸਿਰ ਪੜਾਊਗਾ, ਕਿਤੇ ਸੜਕ 'ਤੇ ਡਿੱਗਾ ਡੁੱਗਾ ਲੱਭਣਾ ਪਊਗਾ, ਜਾਂ ਦੂਜੇ ਦਾ ਪਾੜ ਕੇ ਘਰਦਿਆਂ ਨੂੰ ਵੀ ਠਾਣਾ ਦਿਖਾਊਗਾ। ਇਹ ਕਲਗੀਧਰ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਵਿੱਚ ਬਚਨ ਲਿਖੇ ਨੇ, ਕਹਿੰਦੇ ਏਕ ਮੱਦੀ, ਇੱਕ ਸ਼ਰਾਬੀ ਬੰਦਾ ਹੋਵੇ, ਦੂਜਾ ਤරුਣ, ਦੂਜੇ ਉਹਦੀ ਨੌਜਵਾਨ ਉਮਰ ਹੋਵੇ, ਤੀਜਾ ਅਤ ਧਨ ਧਾਮ, ਤੀਜਾ ਗੌਰਮੈਂਟ ਨੇ ਪੈਲੀ ਦਾ ਮੁੱਲ ਚੰਗਾ ਕਰੋੜਾਂ ਰੁਪਈਏ ਪਾਇਆ ਹੋਵੇ, ਮੁਫਤ ਦਾ ਪੈਸਾ ਮਿਲਿਆ ਹੋਵੇ, ਆਸੇ ਕਰਕੇ ਬਹੁਤ ਜ਼ਿਆਦਾ ਧਨ ਘਰ ਵਿੱਚ ਹੋਵੇ, ਅਤੇ ਬਿਨਾਂ ਦੱਸਣ ਤੋਂ ਕਾਰ 'ਤੇ ਨਿਕਲ ਜਾਏ ਘਰੋਂ ਬਾਹਰ। ਪਾਪ ਕਰੇ ਬਿਨ ਕਿਉਂ ਬਚੈ, ਉਹ ਪਾਪ ਕਰੇ ਤੋਂ ਬਗੈਰ ਕਿਵੇਂ ਬਚ ਸਕਦਾ? ਬਚੈ ਬਚਾਵੈ ਰਾਮ, ਤਾਂ ਬਚ ਸਕਦਾ ਜੇ ਰਾਮ ਹੀ ਬਚਾ ਲਏ। ਇਹ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੈ। ਜਿਹੜੀ ਪਾਵਰ ਹੈ, ਪਾਵਰ ਸ਼ਕਤੀ, ਆ ਵੇਖੋ ਜਿਹੜਾ ਕਰੰਟ ਹੈ, ਇਹਨੂੰ ਬਹੁਤ ਤਰੀਕੇ ਦੇ ਨਾਲ ਕੰਟਰੋਲ ਕਰਕੇ ਸਾਡੇ ਤੱਕ ਪਹੁੰਚਾਇਆ ਗਿਆ। ਜਿੱਥੇ ਭਾਖੜਾ ਡੈਮ ਹੈ, ਟਰਬਾਈਨਾਂ ਚੱਲਦੀਆਂ ਨੇ ਪਾਣੀ ਦੇ ਨਾਲ, ਉੱਥੇ ਬੰਦਾ ਕਿਤੇ ਚਿੜੀ ਨਹੀਂ ਫੜਕ ਸਕਦੀ। ਮੇਰੇ ਵਰਗੇ ਨੇ ਉੱਥੇ ਕੀ ਚਲੇ ਜਾਣਾ? ਬੜੀ ਸਿਆਣਪ ਦੇ ਨਾਲ ਜਿੱਥੇ ਕਰੰਟ ਤਿਆਰ ਹੁੰਦਾ ਹੈ, ਬੜੇ ਤਰੀਕੇ ਦੇ ਨਾਲ ਉੱਥੇ ਸਾਂਭਣ ਵਾਲੇ ਉਹਨਾਂ ਨੂੰ ਵੱਡੇ ਵੱਡੇ ਪਾਵਰ ਹਾਊਸ ਲਾਏ ਗਏ ਨੇ। ਫਿਰ ਕਿੱਡੀਆਂ ਕਿੱਡੀਆਂ ਮੋਟੀਆਂ ਤਾਰਾਂ ਅਤੇ ਕਿੱਡੇ ਕਿੱਡੇ ਉੱਚੇ ਖੰਭੇ, ਅਤੇ ਉਹਨਾਂ ਦੇ ਥੱਲੇ ਲਿਖ ਕੇ ਲਾਇਆ ਵੀ ਖਤਰਾ 2000 ਜਾਂ 2200 ਵੋਲਟ ਦਾ ਖਤਰਾ ਹੈ, ਲਾਗੇ ਨਹੀਂ ਆਉਣਾ। ਫਿਰ ਅੱਗੇ ਫਿਰ ਛੋਟੇ ਛੋਟੇ ਪਾਵਰ ਹਾਊਸ ਹਨ, ਬੜੇ ਸਫਾਈ ਦੇ ਨਾਲ ਉੱਥੇ ਬਕਾਇਦਾ ਥੱਲੇ ਬੱਜਰ ਆਦਰਕ ਸੁੱਟ ਕੇ ਚੰਗੀ ਸੋਹਣੀ ਜਗ੍ਹਾ ਸਾਫ਼ ਕਰਕੇ ਖੰਭੇ ਖੁੰਭੇ ਕੱਢ ਕੇ ਅਤੇ ਟਰਾਂਸਫਾਰਮਰ ਲਾਏ ਗਏ ਨੇ ਪਾਵਰ ਨੂੰ ਸਾਂਭਣ ਵਾਸਤੇ। ਉਹਦੇ ਤੋਂ ਅੱਗੇ ਸਾਡੇ ਘਰਾਂ ਦੇ ਵਿੱਚ ਵੇਖੋ ਛੋਟੇ ਛੋਟੇ ਇੰਸਟਰੂਮੈਂਟ ਲੱਗੇ ਹੋਏ ਨੇ, ਛੋਟੇ ਛੋਟੇ ਸਵਿੱਚ ਲੱਗੇ ਹੋਏ ਨੇ, ਜੋ ਮਾੜੀ ਮੋਟੀ ਗੱਲਬਾਤ ਹੋਵੇ ਤਾਂ ਫਿਊਜ਼ ਹੋ ਜਾਂਦੇ ਨੇ। ਮੀਟਰ ਲੱਗੇ ਹੋਏ ਨੇ, ਬੜੀ ਸਿਆਣਪ ਦੇ ਨਾਲ ਬਕਾਇਦਾ ਸੋਹਣੇ ਤਰੀਕੇ ਦੇ ਨਾਲ ਵਾਇਰਿੰਗ ਕਰਕੇ, ਅਤੇ ਫਿਰ ਆਪਾਂ ਜਾ ਕੇ ਕਿਤੇ ਬਿਜਲੀ ਦਾ ਸੁੱਖ ਲੈਂਦੇ ਹਾਂ, ਸੁੱਖ ਮਾਣਦੇ ਹਾਂ। ਇਉਂ ਪਾਵਰ ਤੋਂ ਆ ਜਿਹੜੀ ਯੂਰੇਨੀਅਮ ਦੀ ਪਾਵਰ ਹੈ, ਯੂਰੇਨੀਅਮ ਸਾਰੀ ਰੇਲ ਗੱਡੀ ਕਹਿੰਦੇ ਕੋਲੇ ਦੀ ਭਰੀ ਹੋਵੇ ਅਤੇ 1 ਕਿਲੋ ਯੂਰੇਨੀਅਮ ਇੱਕ ਬਰਾਬਰ ਹੈ। ਮਤਲਬ ਜਿੰਨਾ ਉਸ ਕੋਲੇ ਨੇ ਰੇਲ ਗੱਡੀ ਨੂੰ ਚਲਾਉਣਾ, ਜਾਂ ਜਿਹੜਾ ਥੀਨ ਡੈਮ ਹੈ ਜਾਂ ਬਠਿੰਡੇ ਵਾਲਾ ਕੋਲੇ ਵਾਲਾ ਡੈਮ ਹੈ, ਜਿੰਨਾ ਪੂਰੀ ਰੇਲ ਗੱਡੀ ਦੇ ਕੋਲੇ ਨੇ ਬਿਜਲੀ ਬਣਾਉਣੀ ਹੈ, ਉਹਨਾਂ 1 ਕਿਲੋ ਯੂਰੇਨੀਅਮ ਬਾਹਰਲੀਆਂ ਕੰਟਰੀਆਂ ਦੇ ਵਿੱਚ ਤਾਈਓਂ ਬਿਜਲੀ ਨਹੀਂ ਜਾਂਦੀ। ਸਾਡੇ ਬਿਜਲੀ ਬਣਦੀ ਹੈ ਪਾਣੀ ਤੋਂ ਜਾਂ ਕੋਲਾ ਬਾਲ ਕਰਕੇ, ਪਰ ਉਹਨਾਂ ਕੰਟਰੀਆਂ ਦੇ ਵਿੱਚ, ਚਾਈਨਾ ਆਦਿਕ ਦੇ ਵਿੱਚ ਅਤੇ ਹੋਰ ਜਿਹੜੇ ਡਿਵੈਲਪ ਦੇਸ਼ ਨੇ, ਉਹਨਾਂ ਕੰਟਰੀਆਂ ਦੇ ਵਿੱਚ ਯੂਰੇਨੀਅਮ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇੰਨਾ ਉਹ ਪਾਵਰਫੁੱਲ ਹੁੰਦਾ ਹੈ। ਪਰ ਜੇ ਉਹ ਐਟਮੀ ਬੰਬ ਬਣਾ ਦਿਓ ਫਿਰ ਤਾਂ ਦੁਨੀਆ ਤਬਾਹ ਕਰਕੇ ਰੱਖ ਦੇਵੇਗਾ। ਇਸੇ ਪ੍ਰਕਾਰ ਇਨਸਾਨ ਨੂੰ ਜਿਹੜੀ ਪਾਵਰ ਸਾਹਮਣੇ ਉਹ ਮੁਸ਼ਕਲ ਬਣ ਜਾਂਦੀ ਹੈ। ਜਿਹੜੀ ਤਾਕਤ ਹੈ, ਕਬੀਰ ਸਾਹਿਬ ਜੀ, ਨਾਮਦੇਵ ਜੀ ਵਰਗੇ, ਬਾਬੇ ਫਰੀਦ ਵਰਗਿਆਂ ਨੇ ਚੰਗੇ ਤਰੀਕੇ ਨਾਲ ਸਾਂਭ ਕੇ ਜਪ ਤਪ ਕਰਕੇ ਅਤੇ ਉਹਨਾਂ ਤੋਂ ਭਲੇ ਦਾ ਕਾਰਜ ਕੀਤਾ। ਕਿਰਪਾਨਾਂ ਸਾਰਿਆਂ ਨੇ ਹੱਥਾਂ ਵਿੱਚ ਫੜੀਆਂ, ਔਰੰਗਜ਼ੇਬ ਵਰਗੇ ਸ਼ਸਤਰਧਾਰੀ ਹੋ ਕੇ ਜ਼ੁਲਮ ਕਰਦੇ ਰਹੇ, ਪਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਪਾਵਰਫੁੱਲ ਹੋਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਵਿੱਚ ਬੇਅੰਤ ਸ਼ਕਤੀਆਂ ਸਨ, ਸਾਰੇ ਗੁਰੂ ਸਾਹਿਬਾਨ ਪਾਵਰਾਂ ਲੈ ਕੇ ਆਏ। ਕ੍ਰਿਸ਼ਨ ਦੇ ਵਿੱਚ 16 ਪਾਵਰਾਂ,
राम जी वे 14 पावर मनिया गई ने। 16 कला संपूर्ण फलिया, अनंत कला हुए ठाकुर चढ़िया। पर जो ठाकुर माल गुरु गोबिंद सिंह साहब धन गुरु नानक देव जी महाराज हैं, ये बेअंत शक्तियां लैके संसार दे विच अवतरे, पर उन्हें कभी आपकी शक्ति का गलत इस्तेमाल नहीं किया। धर्म की रखिया खातर शक्ति नूं वरतिया। कहते भगती में शक्ति, पर शक्ति नूं भगती साਂਭ के रख सकती है। धन बाबा दीप सिंह साहब ने रज के बाणी बड़ी, सारी उम्र धर्म कमाया। जिस वक्त बजुर्ग अवस्था विच खबर मिली कि दरबार साहब के हल्ला बोल दिता, इन्नी पावर वेखो बंदे दे विच। किन्नी हैरानी की गल है भी वो जिंदगी पर किवें साਂਭ के रखी बाबा जी ने। भावें कुत्ते नूं भी डंडा ना मारिया होवे, रत्ती पर भी गुस्सा नहीं किया। वो पावर किवें साਂਭ के रखी। जिहड़ा सीस उतर गया तो शक्ति फिर भी खत्म नहीं हुई। बिना सीस तो दुश्मन नाल लड़ के युद्ध करके ते साध संगत जी दरबार साहब नूं आज़ाद कराया। ये नाम ते बाणी की शक्ति दे नाल ही इहदी साਂਭ संभाल हुंदी है। तो कहो नानक अजर जिन जरिया, तिस ही को बन आवत। जिन्हां अजर शक्ति नूं जर के रखिया, उन्हां गुरां नूं ही गुरता गद्दी मिली। उन्हां संतां महात्मा नूं ही गुरु घर दे विच वडियाइयां मिलियां ने। भाई मती दास साहब जी ने औरंगजेब नूं आखिया सी कि शक्ति तो रब की दिती बड़ी है, पर वरतन की आग्ञा नहीं। भाणे च रह के मैं शहीदी पावांगा, पर बाद विच जे तू गुरु साहब ते वार किया फिर तेरा भला नहीं हो, फिर तू दिल्ली छड़ के किते होर चलिया जाई। जिस दिन महाराज की शहीदी हुई गुरु तेग बहादुर साहब की, रात के 12 बजे बाबा मती दास उत्थे आ गया। ਉਹਦੀ ਅੱਖ ਲੱਗਦਿਆਂ ਸਾਰੇ ही ਪਹਿਲਾਂ ਤਾਂ घबराहट ਵਿੱਚ नींद ना आई। 12 ਵਜੇ ਮਾੜੀ जी ਅੱਖ लगी, चुक के पलंगा ਠਾਹ मार के पटका के धरती ते सुटिया ते दिखाली दे के आवाज़ दी कि पुत तू मेरे हथों बच नहीं सकता, पर मेरे परमात्मा का हुक्म नहीं। मैं गुरु साहब कोलों डरदा तैनूं नहीं कह रहा कुछ, नहीं तो मैं हुणे तैनूं मार देना सी। जे तू बचा चाहुंदा तो दिल्ली छड़ के तुर जा। कल मैं तेनों दिल्ली में सुता वेख लिया, तैनूं छड्डांगा नहीं। इन्नी पावर गुरु अर्जन साहब जी महाराज ने मियाँ मीर नूं दिखाया भी आकाश विच वेख 9 नाथ 84 सिद्ध, जिन्ने जपी तपी महापुरख संत भगत पीर फकीर सारे हथ जोड़ के आग्ञा मंग रहे ने कि धरती पुठी कर दईए, इन्हां दा बेड़ा गर्क कर दईए। पर महाराज कहते नहीं भाई, तेरा किया मीठा लग गया, हर नाम पदार्थ नानक मंगे। एक तो पैसे की पावर, एक शस्त्र की पावर। डब च पिस्टल होवे ते बोझी नोटा ना भरी होवे, बंदा किसी की अख नख नहीं मिलाउंदा, किसी नूं बंदा ही नहीं समझदा। ये सामभणियां 2 चीज़ां बड़ियां औखियां ने। कोई महापुरख, कोई रब का प्यारा, कोई गुरु महाराज जी का सिख ही इसनों साਂਭ सकता जिहदे सिर ते गुरु साहब का हथ है। तो इसलिए पैसे की भी बड़ी पावर ते हथियार की भी बड़ी पावर। इन्हां नूं साਂਭਣ लई भगती की पावर की लोड़ है। तो इस तरीके दे नाल महाराज कथन करते हैं कि सरवर पंखी हिकड़ो सफाही वाल 50, इहो तन लहरी गढ़ थिया सच्चे तेरी आस। गर्भ मूसै घर चोर किस रू आईया, देहो दीवी अंधकोर कब मुहाईया। दिन दीवी काम आदਿਕ चोर लुटींदे जा रहे ने। दिन दीवी की तरह नेत्रां दे हुंदे आ। मौत का भयानक समा जाएगा, यमदूत लुट के लै जाणगे। गर्भ मूसै घर चोर, ये जिहड़े चोर ने हौली हौली खजाना खाली करी जा रहे ने। जिवें डोगरियां ने
ਪਹਿਲਾਂ ਹੀ ਸੰਨ ਲਾ ਲਈ ਸੀਗੀ। ਧਿਆਨ ਸੋਂ ਡੋਗਰੇ ਦਾ ਮਨ ਬੇਈਮਾਨ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੀ ਪੁੱਠੀ ਨਿਗਾਹ ਕਰ ਲਈ। ਫਿਰ ਗੋਰਿਆਂ ਨਾਲ ਮਿਲ ਕੇ ਉਹਨੇ ਪਿਓ ਦੇ ਪੁੱਤ ਨੇ ਨਹੀਂ ਰੁਪਈਆ ਛੱਡਿਆ, ਸਭ ਬਰਬਾਦ ਕਰਕੇ ਖਾਲਸਾ ਰਾਜ ਮਿੱਟੀ 'ਚ ਮਿਲਾਤਾ। ਸਿੰਘ ਵੀ ਆਪਸ ਦੇ ਵਿੱਚ ਦੁਬਿਧਾ 'ਚ ਪੈ ਕੇ ਫੜ ਗਏ। ਇੱਕ ਦੂਜੇ ਨਾਲ ਵੈਰ ਵਿਰੋਧ ਹੋਣ ਕਰਕੇ ਏਕਤਾ ਨਹੀਂ ਰਹੀ, ਜਿਸ ਕਰਕੇ ਲੁੱਟੇ ਗਏ, ਕੁੱਟੇ ਗਏ, ਮਾਰੇ ਗਏ ਅਤੇ ਸਾਡਾ ਦੇਸ਼ ਪੂਰੀ ਦੀ ਪੂਰੀ ਸਦੀ ਵਾਸਤੇ ਗੁਲਾਮ ਹੋ ਗਿਆ। ਬੜੀਆਂ ਮੁਸ਼ਕਿਲਾਂ ਅੱਜ ਤੱਕ ਝੱਲਣੀਆਂ ਪੈ ਰਹੀਆਂ ਨੇ। ਇਹ ਚੋਰਾਂ ਦਾ ਕੰਮ ਹੈ। ਸੋ ਜੋ ਘਰ ਨੂੰ ਲੁੱਟ ਰਹੇ ਹਨ, ਇਹ ਸਰੀਰ ਵਿੱਚੋਂ ਸ਼ੁਭ ਗੁਣ ਚੁਰਾਈ ਜਾ ਰਹੇ ਨੇ। ਕਿਸ ਰੂ ਆਈਐ ਫਿਰ ਕਿਸ ਪਾਸ ਜਾ ਕੇ ਰੋ ਕੇ ਦੱਸੇਗਾ। ਗੁਰਮੁਖ ਚੋਰ ਨਾ ਲਾਗ। ਜਿਹੜੇ ਗੁਰਮੁਖ ਜਾਣੇ ਉਹਨਾਂ ਨੂੰ ਕਾਮ ਆਦਿਕ ਚੋਰ ਨਹੀਂ ਲੱਗਦੇ ਹਨ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਮੈਂ ਪਾਵਰ ਹਾਊਸ ਦੀ ਬੇਨਤੀ ਕਰ ਰਿਹਾ ਸੀ ਕਿ ਜੇ ਬਿਜਲੀ ਨੂੰ ਸਾਂਭਣ ਦਾ ਤਰੀਕਾ ਨਾ ਹੋਵੇ ਤਾਂ ਬਿਜਲੀ ਸਾੜ ਕੇ ਸੁਆਹ ਕਰ ਦਿੰਦੀ ਹੈ। ਉਸ ਤਰ੍ਹਾਂ ਜਿੰਨਾ ਮਰਜ਼ੀ ਫਾਇਦਾ ਲਈ ਜਾਓ। ਇੰਝ ਜਿਹੜਾ ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੰਕਾਰ, ਜੇ ਲਿਮਟ ਦੇ ਹੋਣ ਤਾਂ ਇਹਦੇ ਤੋਂ ਲਾਭ ਲਿਆ ਜਾ ਸਕਦਾ ਹੈ। ਉਹੀ ਪਾਣੀ ਹੈ ਜਿਹੜਾ ਫਲੱਡਾਂ ਦੇ ਨਾਲ ਨੁਕਸਾਨ ਕਰਦਾ, ਪਰ ਜਦ ਬੰਨ੍ਹ ਲਾਤਾ ਉਹ ਬਿਜਲੀ ਬਣਾਉਣ ਲੱਗ ਪਿਆ। ਵੇਖੋ ਕਿੰਨਾ ਸੁੱਖ ਹੈ। ਉਹੀ ਬਿਜਲੀ ਹੈ ਜਿਹੜੀ ਤਾਰ ਹੱਥ 'ਚ ਬੰਦਾ ਫੜ ਲੇ ਖਤਮ ਕਰ ਦਿੰਦੀ, ਗਲਤ ਵਰਤੋਂ ਕਰੀਏ ਬਰਬਾਦ ਕਰ ਦਿੰਦੀ। ਅਤੇ ਉਹੀ ਵੇਖੋ ਫਰਿੱਜ, TV ਅਤੇ ਸਭ ਕੁਝ ਬਿਜਲੀ 'ਤੇ ਚੱਲ ਰਿਹਾ। ਭੋਜਨ ਪਾਣੀ ਇਤਿਆਦਿਕ ਸਭ ਮੋਟਰਾਂ ਲੱਗੀਆਂ ਹੋਈਆਂ ਨੇ। ਬਿਜਲੀ ਚਲੀ ਜਾਏ ਜ਼ਿੰਦਗੀ ਖੜ੍ਹ ਜਾਂਦੀ ਹੈ। ਤੋ ਇੰਝ ਹੀ ਜੇ ਕਾਮ ਨਾ ਹੋਵੇ ਤਾਂ ਦੁਨੀਆ ਕਿਵੇਂ ਚੱਲੇਗੀ? ਦੁਨੀਆ ਚੱਲਦੀ ਕਾਮ ਨਾਲ। ਜੇ ਕ੍ਰੋਧ ਨਾ ਹੋਵੇ, ਨਿੱਕੇ ਜਿਹੇ ਨਿਆਣੇ ਨੂੰ ਥੱਲੇ ਪੁੰਜੇ ਲੰਮੇ ਪਾ ਦਿਓ ਅਤੇ 5 ਮਿੰਟਾਂ ਬਾਅਦ ਤੁਸੀਂ ਵੇਖੋ ਕੀੜੀਆਂ ਇੰਨੀਆਂ ਨੇ। ਉਹ ਜੇ ਨਿਆਣਾ ਹੱਥ ਪੈਰ ਨਾ ਹਿਲਾਏ, ਲੱਤਾਂ ਬਾਹਾਂ ਨਾ ਮਾਰੇ, ਅਤੇ ਉਹਨੂੰ ਤਾਂ ਕੀੜੀਆਂ ਦੇ ਕੀੜੇ ਖਾ ਜਾਣਗੇ। ਤੁਸੀਂ ਦੱਸੋ। ਇਸ ਵਾਸਤੇ ਜੇ ਬੰਦੇ 'ਚ ਗੁੱਸਾ ਨਾ ਹੋਊਗਾ ਅਤੇ ਦੁਨੀਆ ਰਾਤੋਂ ਦਿਨ ਨਾ ਚੜ੍ਹਨ ਦੇ, ਉਹੀ ਲੁੱਟ ਕੇ ਖਾ ਜਾਏ। ਗੁੱਸਾ ਹੋਣਾ ਚਾਹੀਦਾ ਹੈ, ਥੋੜ੍ਹਾ ਬਹੁਤਾ ਤੜ ਹੋਣੀ ਚਾਹੀਦੀ ਹੈ ਇਨਸਾਨ 'ਚ। ਅੱਖਾਂ ਦੇ ਵਿੱਚ ਪਾਵਰ ਹੋਣੀ ਚਾਹੀਦੀ ਹੈ ਵੀ ਬੰਦਾ ਵੇਖਦਿਆਂ ਸਾਰੀ ਅਗਲੇ ਦੀ ਜਾਨ ਕੱਢ ਲੇ ਵੀ ਤੂੰ ਹੁੰਦਾ ਕੌਣ ਹੈ ਭਾਈ ਮੇਰੇ ਕੋਲ ਖੰਗੂਰਾ ਮਾਰਨ ਵਾਲਾ। ਨਿਗਾਹ 'ਚ ਨਿਗਾਹ ਪਾ ਕੇ ਹੀ ਬੰਦੇ ਦੇ ਪੈਰ ਹਿਲਾ ਦੇ। ਇੰਨਾ ਕ੍ਰੋਧ ਹੋਣਾ ਚਾਹੀਦਾ, ਪਰ ਹੋਵੇ ਹਿਸਾਬ ਦਾ, ਜ਼ਿਆਦਤੀ ਵਾਲਾ ਨਹੀਂ। ਜਿਹੜਾ ਲੋਭ ਲਾਲਚ ਹੈ, ਹੁਣ ਜੇ ਸਾਨੂੰ ਲਾਲਚ ਨਹੀਂ ਹੋਊਗਾ ਆਪਾਂ ਗੁਰਦੁਆਰੇ ਕਿਵੇਂ ਆਵਾਂਗੇ? ਤੁਸੀਂ ਦੱਸੋ। ਜਿੰਨੇ ਵੀ ਅਸੀਂ ਬੈਠੇ ਹਾਂ, ਝੂਠ ਜਿੰਨਾ ਮਰਜ਼ੀ ਬੋਲੀ ਜਾਈਏ, ਮੇਰੇ ਕੋਲ ਜਿੰਨਾ ਮਰਜ਼ੀ ਸੁਣ ਲਓ। ਮੈਂ ਕਹੂੰਗਾ ਮੈਂ ਤਾਂ ਬੜਾ ਸੰਤ ਹਾਂ ਜੀ, ਬੜਾ ਸਾਧੂ ਹਾਂ, ਮੇਰੇ ਮਨ 'ਚ ਤਾਂ ਕੋਈ ਲਾਲਚ ਨਹੀਂ ਹੈ, ਪਰ ਨਹੀਂ ਹੈ। ਜਿੰਨੇ ਵੀ ਅਸੀਂ ਬੈਠੇ ਹਾਂ, ਸਾਡੇ ਮਨ 'ਚ ਕੋਈ ਨਾ ਕੋਈ ਲਾਲਚ ਹੈ। ਪਰ ਸਾਧ ਸੰਗਤ ਜੀਓ, 100% ਲਾਲਚ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਆਪਾਂ ਮਿਲਣ ਜਾਂਦੇ ਹਾਂ, ਥੋੜ੍ਹਾ ਬਹੁਤਾ ਮਨ 'ਚ ਹੁੰਦਾ ਵੀ ਆਪਾਂ ਮਿਲਾਂਗੇ, ਕੋਈ ਨੌਕਰੀ 'ਤੇ ਉਹ ਲਵਾ ਦੇਵੇਗਾ, ਕੋਈ ਮਾੜੀ ਮੋਟੀ ਮਦਦ ਕਰ ਦੇਵੇਗਾ, ਜਾਂ ਕਿਸੇ ਨਾਲ ਬਣਾ ਕੇ ਰੱਖਾਂਗੇ, ਲੋੜ ਪੈਣ 'ਤੇ ਉਹ ਕੰਮ ਆਵੇਗਾ, ਇੰਨਾ ਕੁ ਤਾਂ ਹੁੰਦਾ ਹੀ ਹੈ। ਪਰ ਜੇ 100 ਦਾ 100% ਹੀ ਬੰਦਾ ਸੈਲਫਿਸ਼ ਹੋਵੇ, ਫਿਰ ਉਹ ਦੋਸਤ ਜਾਂ ਮਿੱਤਰ ਨਹੀਂ ਗਿਣਿਆ ਜਾਂਦਾ। ਘੱਟ ਤੋਂ ਘੱਟ 20% ਨਿਸ਼ਕਾਮਤਾ ਹੋਣੀ ਚਾਹੀਦੀ ਹੈ। 80% ਲਾਲਚ ਉਹ ਸਰ ਜਾਂਦਾ ਹੈ, ਉਹ ਖੱਪ ਜਾਂਦਾ। ਜੇ 20% ਸ਼ਰਧਾ ਹੋਵੇ, ਨਿਸ਼ਕਾਮਤਾ ਹੋਵੇ, ਦਿਲੋਂ ਪਿਆਰ ਹੋਵੇ, ਤਾਂ ਅਸੀਂ ਸਾਰੇ ਲਾਲਚੀ ਹਾਂ। ਸਾਨੂੰ ਦੁੱਧ ਵੀ ਚਾਹੀਦਾ, ਪੁੱਤ ਵੀ ਚਾਹੀਦਾ, ਮਾਇਆ ਧੇਲਾ ਵੀ ਚਾਹੀਦਾ, ਨੌਕਰੀ ਪੇਸ਼ਾ ਵੀ ਚਾਹੀਦਾ, ਆਪਦੀ ਜ਼ਿੰਦਗੀ ਦਾ ਸੁੱਖ ਚਾਹੀਦਾ, ਘਰ-ਬਾਰ ਵੀ ਚਾਹੀਦਾ, ਸਭ ਕੁਛ ਚਾਹੀਦਾ ਹੈ। ਇਹੀ ਤਾਂ ਮੰਗਣ ਆਏ ਆ। ਪਰ 20% ਜੇ ਪਿਆਰ ਹੋਏਗਾ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ। ਲਾਲਚ ਹੋਏਗਾ
कि साडा भला होए तां ही आपां वध तो वध बाणी बढ़ांगे। तो इसलिए जिहड़ा मोह है, मोह जे मोह नहीं है तो बच्चे नूं सांभेगा कौन? जे मां दे विच रब ने मोह ना पाया होवे तो बच्चे की संभाल कौन करूगा? एक एक मैंबर 10-10 जीआं नूं पाल रहा। ये पालना पोसना जो सिस्टम चल रहा सा मोह करके चल रहा। पर जे हदों वध गया, ठगियां, छल फरेब, चोरियां यारियां वाल चल पिया, बहु परपंज कर परतन लियावै, सुत दारै भयान लुटावै, और अकारण ही मोह करके किसी के पिछे पै गया, वो फिर दुख का कारण बनेगा। ये भी सोच ते समझ के हुंदा। जिहड़ा अहंग भाव है, वी आर प्राउड टू बी सिख, सानू सिख होने दे माण है ते होना चाहिए है। ये हंकार नहीं तो होर की है, पर यह हंकार सुच्चा हंकार है। घर वाली आपदे घर वाले ते पति ते मान नहीं करू, होर गवांढियां ते करू? दसो। बच्चा अपने माँ प्यो ते मान नहीं करूगा, मैं तेनों दसूँगा, मैं अपने प्यो नूं लियाउणा, मैं आपदी माँ नूं लियाउणा, तू मैनू कुछ कह के दिखा। ये हंकार नहीं तो होर की है, पर यह सच्चा तो सच्चा मान है। तो इस वास्ते आप दे गुरु ते मान, संगत ते मान, गुरुद्वारे ते मान। असीं भावें जिस तरह मर्जी हाँ, झूठे हाँ, सच्चे हाँ, माड़े हाँ, चंगे हाँ, पर गुरु साडा सर्वश्रेष्ठ है। जिहड़ी संगत च आपां बैठदे हैं वो संगत सर्वश्रेष्ठ है। ये हंकार है। तो कोई भी चीज़ जिहड़ी है लिमिट तो वध जाए, साडे शरीर दे विच 1/3 हिस्सा पानी है, जे घट गया तां भी डॉक्टरां नूं वक्त पै जाएगा, जे वध गया तो तां भी पेट फुल जाऊगा, डायलिसिस करना पएगा। जिहड़ी जठरा अग्नि है, जे घट गई तो वैदा हकीमां नूं वक्त दवाइयां दे दे रोटी पहुँचाउणगे, जे वध गई तो तां भी अखां ते लाल सुरख, नक जो पानी, मूँह चो पानी, सिर भारा गड्डे वर्गा, बुखार, टैंपरेचर हाई। की होया? टैंपरेचर वध गया, गर्मी वध गई, टूटी थले करो, मत्थे ते पट्टियां रखो। तो इस वास्ते शरीर नूं चलाउण खातर भी 5 तत्तां दे भी गुण ने, ते हवा, पानी सब कुछ ये विच मौजूद है। जिन्नी क लिमिट परमात्मा ने बनाई है उन्नी क रहनी चाहिए है। तो इंज विकारां तो बगैर तो दुनिया चल नहीं सकती, चलती विकारां दे नाल, पर जे हदों वध गए फिर वो नुकसानदेह हैं। इस प्रकार जिहड़ी पैसे की पावर है इंसान कोल होनी चाहिए है। कहते इन माया के 3 नाम परसू परसा परसराम। जे पैसा नहीं तो कोई जिंदगी नहीं, कोई तुहानू बुलाएगा नहीं, कोई रिश्तेदार मिलेगा नहीं, कोई चंगा नहीं समझेगा, किसी च तुसीं बह नहीं सकते, खलो नहीं सकते। जे शरीर की पावर नहीं, हथियार की पावर नहीं, तो तां भी आज़ादी की प्राप्ति नहीं है। हथियारां दे नाल ही आज़ादी मिलती है। तो इंज सामण वास्ते गुरु साहब की कृपा चाहिए है। महाराज सच्चे पातशाह कहते जे तो लिमिट तो वध गए फिर तो ये चोर हैं, तुहानू लुट के लै जाणगे। जे लिमिट च इन्हां नू नत्थ पा के रख लओगे, जे चोर किते साध संगत जीओ सुधर जाए फिर उहदे नाल दा कोई सेवादार नहीं। धन बाबा विधि चंद ने वेख लो, गुरु दे सिख बन गए, किड्डे महान कारज किए जो आम बंदा सोच भी नहीं सकता। महाराज की सेवा की। तो इस वास्ते जे नूं वस विच कर लिया, सुधार लिया, फिर तो लाभ देणगे। तो पर जे इन्हां दे नक च नकेल ना बई, आप उधरे हरिया पशु की तरह बन गए, फिर इंसान की बेइज्जती कराउणगे। पातशाह जी कहते गुरमुख चोर ना लाग, गुरमुख जना नो काम आदि चोर नहीं लगते हैं। हर नाम जगाइए। क्योंकि आम लोग सुते पे लुटे जाते ने, गुरमुखां नूं हरि परमेश्वर का नाम जप के महाराज ने
ਉਹਨਾਂ ਦੀ ਸੁਰਤ ਨੂੰ ਗਿਆਨ ਅਵਸਥਾ ਦੇ ਵਿੱਚ ਜਗਾ ਦਿੱਤਾ ਹੈ। ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ, ਉਹ ਹਮੇਸ਼ਾ ਗੁਰਮੁਖ ਜਾਗਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦਾ ਹੰਕਾਰ ਚੁੱਕਿਆ ਗਿਆ। ਸੋ ਮੋਹ ਮਾਇਆ ਦਾ ਪਰਦਾ ਚੁੱਕਿਆ ਗਿਆ। ਜਾਗਤ ਰਹੇ ਤਿਨੀ ਪ੍ਰਪਾਇਆ, ਸਭ ਦੇ ਹਉਮੈ ਭਾਰੀ। ਜਿਨ੍ਹਾਂ ਨੇ ਸ਼ਬਦ ਨਾਲ ਹਉਮੈ ਨੂੰ ਮਾਰ ਦਿੱਤਾ, ਉਹ ਜਾਗਦੇ ਰਹਿੰਦੇ ਨੇ ਅਤੇ ਉਹਨਾਂ ਨੇ ਹੀ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ। ਪਾਤਸ਼ਾਹ ਜੀ ਦਾ ਕਥਨ ਹੈ, ਪਹਿਲੇ ਪੈਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਗਨ ਸਹ ਲਹਨਸ ਸਾਈਂ ਕੰਨੋਂ ਦਾਤ। ਜਿਹੜੇ ਜਾਗਦੇ ਨੇ ਉਹ ਦਾਤਾ ਲੈਂਦੇ ਨੇ, ਪਰ ਧੰਨ ਮਹਾਰਾਜ ਸੱਚਾ ਪਾਤਸ਼ਾਹ ਉਹ ਸੁੱਤਿਆਂ ਨੂੰ ਵੀ ਠਾਲ ਕੇ ਜਗਾ ਦਿੰਦਾ ਹੈ। ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾਂ ਲੈਣ ਕਣਾ ਸੁੱਤਿਆਂ ਦੇ ਉਠਾਲ। ਇਹ ਵਾਹਿਗੁਰੂ ਦੇ ਨਾਮ ਦੀ ਤਾਕਤ ਹੈ। ਪਰਮਾਤਮਾ ਗੁਰਮੁਖਾਂ ਨੂੰ ਨਾਮ 'ਚ ਲਗਾ ਕੇ ਅਤੇ ਚੋਰਾਂ ਤੋਂ ਬਚਾ ਲੈਂਦਾ ਜਗਾ ਕਰਕੇ। ਸ਼ਬਦ ਨਿਵਾਰੀ ਆਗ, ਉਹਨਾਂ ਨੇ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ, ਸੋ ਈਰਖਾ ਦੀ, ਵੈਰ ਵਿਰੋਧ ਦੀ, ਉਹ ਗੁਰੂ ਦੇ ਉਪਦੇਸ਼ ਦੁਆਰਾ ਮੇਟ ਲਈ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਹਿੰਸਾ ਦੀ ਅੱਗ ਹੈ, ਲਾਲਚ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ। ਇਹਨਾਂ ਅੱਗਾਂ ਨੂੰ ਗੁਰਮੁਖਾਂ ਨੇ ਵਾਹਿਗੁਰੂ ਨਾਮ ਦੇ ਵਿੱਚ ਲਾ ਕੇ ਮੇਟ ਲਿਆ ਹੈ। ਜੋਤ ਦੀ ਪਾਈਐ, ਜਿਨ੍ਹਾਂ ਨੇ ਗੁਰ ਉਪਦੇਸ਼ ਦੀ ਕਮਾਈ ਕਰਕੇ ਤ੍ਰਿਸ਼ਨਾ ਦੀ ਅੱਗ ਮੇਟ ਲਈ ਅਤੇ ਹਿਰਦੇ ਅੰਦਰ ਜੋਤੀ ਸਰੂਪ ਦਾ ਉਹਨਾਂ ਦੇ ਪ੍ਰਕਾਸ਼ ਉਗਾਇਆ ਹੈ। ਲਾਲ ਰਤਨ ਹਰਿ ਨਾਮ, ਜੋ ਲਾਲਾਂ ਦੀ ਰਤਨਾਂ ਦੀ ਤਰ੍ਹਾਂ ਹਰੀ ਪਰਮੇਸ਼ਰ ਦਾ ਮੂਲਕ ਨਾਮ ਹੈ, ਜਾਂ ਹਰੀ ਪਰਮੇਸ਼ਰ ਦਾ ਨਾਮ ਪਿਆਰਾ ਅਤੇ ਤਰਤੀਬਰ ਤਰਤਾਂ ਵੈਰਾਗ ਦੀ ਤਰ੍ਹਾਂ ਮੂਲਕ ਹੈ। ਗੁਰ ਸੁਰਤ ਬੁਝਾਈਐ, ਉਹਦੀ ਸੁਰਤ ਗਿਆਤ ਗੁਰਾਂ ਨੇ ਸਮਝਾਈ ਹੈ। ਸਦਾ ਰਹੈ ਨਿਹਕਾਮ, ਉਹ ਹਮੇਸ਼ਾ ਕਾਮਨਾਵਾਂ ਤੋਂ ਰਹਿਤ ਰਹਿੰਦਾ ਹੈ। ਜੇ ਗੁਰਮਤਿ ਪਾਈਐ, ਜੇਕਰ ਕੋਈ ਗੁਰਾਂ ਦੀ ਸਿੱਖਿਆ ਪ੍ਰਾਪਤ ਕਰ ਲਵੇ ਤਾਂ ਨਿਸ਼ਕਾਮਤਾ ਦੇ ਸਹਿਤ ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਰਾਤ ਦਿਹੈ ਹਰਿ ਨਾਮ, ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਦਿਨ ਰਾਤ ਹਰ ਵੇਲੇ ਮਨ ਵਸਾਈਐ। ਗੱਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਹਿਰਦੇ ਵਿੱਚ ਵਸਾਈਏ ਜਾਂ ਦਿਨ ਰਾਤ ਨਾਮ ਨੂੰ ਰਸਨਾ ਨਾਲ ਜਪੀਏ, ਫਿਰ ਮੰਨੀਏ, ਫਿਰ ਉਹਦੀ ਇਕੱਲੇ ਬੈਠ ਕੇ ਕਮਾਈ ਵੀ ਕਰੀਏ। ਕਮਾਈ ਦੁਆਰਾ ਹੀ ਹਿਰਦੇ 'ਚ ਵਸਦਾ ਹੈ। ਨਾਮ ਵਸੇ ਤਾਂ ਬੇਨਤੀਆਂ ਕਰੀਏ। ਸ੍ਰੀ ਰਾਗ ਮਹੱਲਾ ਪਹਿਲਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਕਿਰਪਾ ਕਰ ਮਹਾਰਾਜ, ਸਾਡੇ ਮਨ ਦੇ ਵਿੱਚ ਆਪ ਅਤੇ ਆਪ ਦਾ ਨਾਮ ਵਸਾ ਦਿਓ ਜੀ। ਨਾਨਕ ਮੇਲ ਮਿਲਾਇ, ਸਾਹਿਬ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਜੇ ਤੁਧ ਭਾਈਐ, ਜੇ ਤੈਨੂੰ ਭਾ ਜਾਈਏ ਤਾਂ ਹੀ ਤੂੰ ਗੁਰਾਂ ਦੁਆਰਾ ਆਪਣੇ ਸਰੂਪ ਦੇ ਮੇਲ ਵਿੱਚ ਮਿਲਾ ਲੈਂਦਾ ਹੈ। ਮਿਲੇ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲੇ, ਮਿਲਿਆ ਕਈ ਐ ਸੋਏ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਬਖਸ਼ਦੇ ਨੇ। ਮਨਹੁ ਨਾ ਨਾਮ ਵਿਸਾਰੇ, ਇੱਕ ਵਾਰ ਫਿਰ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਈ ਆਪਣੇ ਮਨ ਦੇ ਵਿੱਚੋਂ ਵਾਹਿਗੁਰੂ ਨਾਮ ਕਦੀ ਵੀ ਨਾ ਭੁਲਾਈਏ। ਅਹਨਿਸ ਧਿਆਈਐ, ਦਿਨ ਅਤੇ ਰਾਤ ਵਾਹਿਗੁਰੂ ਨਾਮ ਨੂੰ ਧਿਆਉਣਾ ਕਰੀਏ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ
ਜਨ ਕੈ ਸਦਕਾ। ਜਨਾਂ ਦਾ ਕੀ ਕੰਮ ਹੈ? ਕੋਈ ਦੁਕਾਨ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਅਤੇ ਕੋਈ ਬੱਚਿਆਂ ਦੀ ਪੜ੍ਹਾਈ ਦਾ ਕੰਮ ਕਰਦਾ ਹੈ, ਮਾਈਆਂ ਬੀਬੀਆਂ ਦਾ ਆਪਣਾ ਹੀ ਕੰਮ ਹੈ, ਭਾਈਆਂ ਦਾ ਆਪਣਾ ਵੱਖਰਾ ਕੰਮ ਹੈ, ਕਈਆਂ ਨੂੰ ਹੋਰ ਕੁਛ ਨਹੀਂ, ਉਹਨਾਂ ਨੂੰ ਗੱਲਾਂ ਬਾਤਾਂ ਦਾ ਕੰਮ ਹੈ। ਰੱਬ ਨੇ ਸਭਨਾਂ ਨੂੰ ਆਪੋ ਆਪਣੇ ਕੰਮੀ ਲਾਇਆ ਹੋਇਆ ਹੈ। ਜੇ ਕੋਈ ਸੰਤਾਂ ਨੂੰ ਪੁੱਛੇ ਕਿ ਸੰਤਾਂ ਦਾ ਕੰਮ ਕੀ ਹੈ, ਆਮ ਤੌਰ 'ਤੇ ਵੇਖਣ ਨੂੰ ਜਾਪਦਾ ਹੈ ਕਿ ਸੰਤਾਂ ਦੇ ਕੱਪੜੇ ਗੰਦੇ ਨਹੀਂ ਹੁੰਦੇ, ਚਿੱਟੇ ਕੱਪੜਿਆਂ 'ਚ ਵਿਹਲੇ ਰਹਿੰਦੇ ਹਨ। ਪਰ ਸੰਗਤ ਜੀਓ, ਜੇ ਉਹਨਾਂ ਦੇ ਨਾਲ ਚੱਲ ਕੇ ਵੇਖਿਆ ਜਾਵੇ ਤਾਂ ਜਿੰਨਾ ਉਹ ਕੰਮ ਕਰਦੇ ਹਨ, ਜਿਹੜੀ ਮਿਸਤਰੀ ਦੀ, ਮਜ਼ਦੂਰ ਦੀ ਜਾਂ ਸਾਡੀ ਦਿਹਾੜੀ ਹੈ, ਉਹ 8 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ। 8 ਤੋਂ ਪਹਿਲਾਂ ਕਿਸੇ ਦੀ ਵੀ ਦਿਹਾੜੀ ਸ਼ੁਰੂ ਨਹੀਂ ਹੁੰਦੀ, 8 ਵਜੇ ਸ਼ੁਰੂ ਹੁੰਦੀ ਹੈ। ਜਿਹਦੀ ਪਹਿਲਾਂ ਹੁੰਦੀ ਹੈ ਉਹਦੀ 2 ਵਜੇ ਮੁੱਕ ਜਾਂਦੀ ਹੈ, 6 ਤੋਂ 2 ਅਤੇ 2 ਤੋਂ 6। ਆਮ 8 ਤੋਂ 5 ਚੱਲਦੀ ਹੈ। ਪਰ ਜੇ ਕਿਸੇ ਸੰਤ ਦਾ ਤੁਸੀਂ ਜੀਵਨ ਵੇਖੋ ਨੇੜੇ ਹੋ ਕੇ, ਬਹੁਤਾ ਦੂਰ ਨਾ ਜਾਓ, ਜਿੱਥੇ ਬੈਠੇ ਹੋ ਇੱਥੇ ਹੀ ਵੇਖ ਲਓ। 2:30 ਵਜੇ ਤੋਂ ਇੱਥੋਂ ਦਾ ਕੰਮ ਸ਼ੁਰੂ ਹੋਇਆ ਹੈ, ਜਿਹੜਾ ਨਵੇਂ ਦਿਨ ਦਾ ਕੰਮ ਸ਼ੁਰੂ ਹੋਇਆ ਕਵਾੜ ਖੁੱਲ੍ਹਣ ਦਾ, ਅਤੇ 8 ਵਜੇ ਪੂਰਾ ਫਿਨਿਸ਼ ਹੋ ਜਾਏਗਾ, ਸਮਾਪਤੀ ਹੋ ਜਾਂਦੀ ਹੈ। ਮਤਲਬ ਲੋਕਾਂ ਦੀ ਦਿਹਾੜੀ 8 ਵਜੇ ਸ਼ੁਰੂ ਹੁੰਦੀ ਹੈ ਅਤੇ ਗੁਰਦੁਆਰੇ ਦੀ ਦਿਹਾੜੀ 8 ਵਜੇ ਪੈ ਜਾਂਦੀ ਹੈ। ਸ਼ਾਮਾਂ ਨੂੰ 5 ਵਜੇ ਲੋਕਾਂ ਦੀ ਦਿਹਾੜੀ ਮੁੱਕਦੀ ਹੈ ਅਤੇ ਗੁਰਦੁਆਰੇ ਦੀ ਸ਼ੁਰੂ ਹੋ ਜਾਂਦੀ ਹੈ। ਪਿੰਨੀ ਰੰਡੜੀ ਹੈ ਚਮਕਣ ਤਾਰੇ, ਜਾਗੈ ਸੰਤ ਜਣਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨ ਦਿਨੋ। ਕੈਨੇਡਾ ਦੇ ਵਿੱਚ ਮਾਲਟਨ ਸਿੰਘ ਸਭਾ ਗੁਰਦੁਆਰਾ ਅਤੇ ਡਿਕਸੀ, ਜਿੱਥੇ ਮੈਂ ਰਿਹਾ 6 ਮਹੀਨੇ। ਸੋ ਸੰਗਤਾਂ ਦੇ ਮਨ 'ਚ ਵਿਚਾਰ ਆਇਆ, ਮਾਲਟਨ ਸਾਡੇ ਕੋਲ 7 ਜਥੇ ਰਾਗੀ ਜਥੇ ਅਤੇ ਡਿਕਸੀ 12 ਜਥੇ। ਵਿਹਲਿਆਂ ਨੇ ਕੀ ਕਰਨਾ? ਕਹਿੰਦੇ ਬਾਜਾ ਫੜੋ ਅਤੇ ਜੋੜੀ ਫੜੋ। ਜਿਸ ਤਰ੍ਹਾਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਕੀਰਤਨ ਹੁੰਦਾ, ਸਟੇਜ 'ਤੇ ਬੈਠੇ ਰਹੋ, ਘੰਟਾ ਘੰਟਾ, ਡੇਢ ਘੰਟਾ ਲਾਈ ਜਾਓ। ਮੱਥਾ ਟੇਕਣ ਦਾ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ, ਤਾਂ ਕੰਟੀਨਿਊ ਕੀਰਤਨ ਚਲਾਤਾ। ਹਾਂਗਕਾਂਗ ਗੁਰਦੁਆਰਾ ਸਾਹਿਬ ਅਤੇ ਨਵਾਂ ਨੀਂਹ ਪੱਥਰ ਰੱਖਿਆ ਗੁਰਦੁਆਰੇ ਸਾਹਿਬ ਦਾ। ਸੰਗਤਾਂ ਦੇ ਮਨ 'ਚ ਵਿਚਾਰ ਆਈ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਰੱਬ ਦੇ ਨਾਮ ਦੇ ਵਿੱਚ ਹੀ ਰਿੱਧੀਆਂ ਸਿੱਧੀਆਂ ਨੇ। ਰੱਬ ਦਾ ਘਰ ਬਣਨਾ ਪ੍ਰਾਰੰਭ ਹੋਇਆ, ਕਿਸੇ ਚੀਜ਼ ਦਾ ਘਾਟਾ ਨਾ ਹੋਵੇ। ਆਪਾਂ ਬਹਿ ਕੇ ਵਿਚਾਰ ਕੀਤੀ ਵੀ ਵੇਖੋ, ਨਾਨਕ ਸਰ ਕਿਤੇ ਜਾਓ, ਮੈਂ ਤਾਂ ਹਮੇਸ਼ਾ ਇਹੀ ਵੇਖਦਾ, ਜਿਹੜਾ ਜਗਰਾਓਂ ਦੇ ਕੋਲ ਹੈ ਹੈੱਡ ਕੁਆਟਰ, ਹੈੱਡ ਆਫਿਸ, ਉੱਥੋਂ ਦੀ ਗੱਲ ਤਾਂ ਆਪਾਂ ਛੱਡ ਹੀ ਦਈਏ। ਹੋਰਨਾਂ ਜਗ੍ਹਾ 'ਤੇ ਜਿੱਥੇ ਵੀ ਮਹਾਂਪੁਰਖਾਂ ਦੇ ਨਾਮ ਦੇ ਨਾਲ ਨਾਨਕਸਰ ਗੁਰੂ ਘਰ ਬਣਿਆ ਹੋਇਆ, ਉੱਥੇ ਕਿਤੇ ਦਰਸ਼ਨ ਪਾਇਓ। ਬਹੁਤੀ ਦੂਰ ਨਹੀਂ, ਨਜ਼ਦੀਕ ਹੀ 27 ਜਾਂ 28 ਸੈਕਟਰ ਸ਼ਹਿਰ, 27 ਸੈਕਟਰ ਹੈ ਗੁਰਦੁਆਰਾ ਨਾਨਕਸਰ ਸਾਹਿਬ। ਮਹਾਂਪੁਰਖ ਬਾਬਾ ਗੁਰਦੇਵ ਸਿੰਘ ਜੀ ਹਨ। ਮੈਂ ਸਪੈਸ਼ਲ ਲੰਗਰ 'ਚ ਜਾ ਕੇ ਵੇਖਿਆ ਵੀ ਭੱਠੀ ਕੋਈ ਹੈ? ਕੋਈ ਭੱਠੀ ਨਹੀਂ, ਕੋਈ ਲੋਹ ਨਹੀਂ। ਅਤੇ ਲੰਗਰ ਤੁਸੀਂ ਜਾ ਕੇ ਦੇਖੋ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੰਨੀ ਕਿਰਪਾ, ਬਣਾਉਣ ਨੂੰ ਤਾਂ ਬੰਦਾ ਇੱਕ ਦਾਲ ਬਣਾ ਲਓ ਜਾਂ 2 ਸਬਜ਼ੀਆਂ ਬਣਾ ਲਓ, ਤੋ ਇੰਨੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਰੱਬ ਦੇ ਨਾਮ ਦੀ ਤਾਕਤ ਨਹੀਂ ਤਾਂ ਹੋਰ ਕੀ ਆਖਾਂਗੇ ਵੀ ਬਿਨਾਂ ਹੀ ਭੱਠੀ ਤੋਂ, ਬਿਨਾਂ ਹੀ ਕੁਛ ਬਣਾਉਣ ਤੋਂ, ਅਤੇ ਗੁਰੂ ਕਾ ਲੰਗਰ ਭਰਿਆ ਹੋਇਆ ਹੈ। ਸੰਗਤਾਂ ਛਕ ਛਕਾ ਰਹੀਆਂ ਨੇ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ।
ਨਾਨਕਸਰ ਸਾਹਿਬ ਸਾਡਾ ਇੱਕ ਸਿੰਘ ਰਹਿੰਦਾ, ਉਹਨੂੰ ਮੈਂ ਪੁੱਛਿਆ ਵੀ ਕਿਵੇਂ ਚੱਲਦਾ। ਆਪਾਂ ਕਈ ਵਾਰ ਘਰਾਂ ਦੇ ਵਿੱਚ ਰਾਤ ਦਾ ਸਵੇਰੇ ਅਤੇ ਸਵੇਰ ਦਾ ਦੁਪਹਿਰ ਜਾਂ ਸ਼ਾਮਾਂ ਨੂੰ ਖਾਂਦੇ ਹਾਂ, ਜਾਂ ਦੁਪਹਿਰੇ ਤਾਂ ਰਾਤ ਨੂੰ ਖਾਈਦਾ ਹੀ ਖਾਈਦਾ। ਇੰਨੀ ਵਾਰ ਕੌਣ ਬਣਾਏ? ਇਸੇ ਕੰਮ ਨੂੰ ਥੋੜ੍ਹਾ ਬੈਠੇ ਆ, ਕੋਈ ਹੋਰ ਵੀ ਕੰਮ ਕਰਨਾ ਹੈ। ਇੱਕ ਵਾਰ ਸਬਜ਼ੀ ਭਾਜੀ ਬਣਾ ਲਈ, ਜੇ ਸਵੇਰੇ ਬਣਾਈ ਤਾਂ ਰਾਤ ਤੱਕ ਚਲਾਓ, ਜੇ ਰਾਤ ਬਣਾਈ ਤਾਂ ਸਵੇਰੇ ਖਾ ਲਓ। ਅਤੇ ਇਸ ਵਾਸਤੇ ਉਹ ਕਹਿੰਦਾ ਵੀ ਸੰਗਤਾਂ ਨੇ ਇੰਨੀ ਕਿਰਪਾ ਕੀਤੀ, ਵਰਤਾਈ ਹੈ ਵੀ ਤਾਜ਼ਾ ਸਭ ਕੁਛ ਲੈ ਕੇ ਪਹੁੰਚਦੀਆਂ ਹਨ। ਇੰਗਲੈਂਡ ਦੇ ਵਿੱਚ ਇੱਥੇ ਬੰਦੇ ਨੂੰ ਬੰਦਾ ਨਹੀਂ ਪਹਿਚਾਣਦਾ, ਸਕੇ ਸੋਧਰੇ ਜਵਾਬ ਦੇ ਦਿੰਦੇ। ਉੱਥੇ ਸਮੈਦਕ, ਸੋ ਬਰਮਿੰਗਮ ਦੇ ਵਿੱਚ ਸਮੈਦਕ ਏਰੀਆ, ਸਮੈਦਕ, ਅਤੇ ਉੱਥੇ ਗੁਰੂ ਘਰ ਵੀ ਮੈਂ ਵੇਖਿਆ ਸੰਗਤਾਂ ਸਪੈਸ਼ਲ ਆਉਣਾ, ਜਿੰਨੇ ਸੇਵਾਦਾਰ ਉਹਨਾਂ ਨੂੰ ਬਿਠਾ ਕੇ ਪਿਆਰ ਨਾਲ ਛਕਾ ਕੇ। ਅਤੇ ਇਸ ਵਾਸਤੇ ਰੱਬ ਦੇ ਨਾਮ ਦੀ ਤਾਕਤ ਹੈ। ਪ੍ਰਬੰਧਕਾਂ ਨੇ ਵਿਚਾਰਿਆ ਤਾਂ ਉਹ ਸਹਿਜ ਪਾਠ ਪ੍ਰਾਰੰਭ ਕਰ ਦਿੱਤਾ। ਐਤਵਾਰ ਦੇ ਐਤਵਾਰ ਆਰੰਭ ਹੋਏ ਅਤੇ ਭੋਗ ਪਏ ਕੰਟੀਨਿਊ। ਸੋ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਿੰਘ ਦੀ ਡਿਊਟੀ, ਸਪੀਕਰ ਅੱਗੇ ਉੱਚੀ ਬੋਲ ਕੇ, ਨਾਲੇ ਦਾ ਚੌਰ ਦੀ ਸੇਵਾ, ਨਾਲੇ ਮਹਾਰਾਜ ਦੀ ਹਜ਼ੂਰੀ 'ਚ ਹਾਜ਼ਰੀ, ਗੁਰੂ ਘਰ ਦੀ ਰੌਣਕ, ਨਾਲੇ ਸਹਿਜ ਪਾਠ, ਨਾਲੇ ਸੰਗਤਾਂ ਜੋ ਵੀ ਆਉਣ ਮੱਥਾ ਟੇਕਣ, ਉਹਨਾਂ ਦੇ ਕੰਨਾਂ 'ਚ ਰੱਬ ਦਾ ਨਾਮ ਪਵੇ। ਇਹ ਸਭ ਤੋਂ ਉੱਤਮ ਕੰਮ ਹੈ ਜੋ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ, ਹਰੇਕ ਮਨੁੱਖ ਨੂੰ, ਪਰ ਅਸੀਂ ਕਰਦੇ ਨਹੀਂ ਹਾਂ। ਮਹਾਰਾਜ ਨੇ ਆਖਿਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੇਵਲ ਨਾਮ, ਕੇਵਲ ਨਾਮ ਦਾ ਭਜਨ ਕਰਨਾ ਸੰਤਾਂ ਦਾ ਕੰਮ ਹੈ। ਸੰਤ ਗੋਬਿੰਦ ਕੈ ਏਕੈ ਕਾਮ। ਨਾਨਕਸਰ ਸਾਹਿਬ ਕੰਟੀਨਿਊ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ 24 ਘੰਟੇ, ਕਦੀ ਸਮਾਪਤੀ ਨਹੀਂ ਹੁੰਦੀ। ਹਰਖੋਵਾਲ ਚਲੇ ਜਾਈਏ, ਮਹਾਂਪੁਰਖ ਬਾਬਾ ਜਵਾਲਾ ਸਿੰਘ ਸਾਹਿਬ ਜੀ ਕੰਟੀਨਿਊ ਮੂਲ ਮੰਤਰ ਦਾ ਪਾਠ ਸਿਮਰਨ ਹੋ ਰਿਹਾ, ਕਦੀ ਨਹੀਂ ਸਮਾਪਤੀ ਹੁੰਦੀ। ਤੋ ਵਾਹਿਗੁਰੂ ਦੀ ਨਾਮ ਅਤੇ ਬਾਣੀ ਦੀ ਤਾਕਤ ਕੰਟੀਨਿਊ ਇੱਥੇ ਜੋਤ ਜਗ ਰਹੀ ਹੈ। ਅਖੰਡ ਪਾਠ ਸਾਹਿਬ ਅੱਧਿਆਂ ਦੇ ਭੋਗ ਪੈਂਦੇ, ਅੱਧੇ ਆਰੰਭ ਹੁੰਦੇ, ਕਦੀ ਸਮਾਪਤੀ ਨਹੀਂ ਹੁੰਦੀ। ਬਾਣੀ ਦਾ ਪ੍ਰਤਾਪ ਹੈ। ਅਤੇ ਇਸ ਵਾਸਤੇ ਮਹਾਰਾਜ ਦੇ ਨਾਮ ਦੇ ਵਿੱਚ ਬਾਣੀ 'ਚ ਤਾਕਤ ਆ। ਇਹੀ ਬਾਣੀ ਤੁਸੀਂ ਆਪਣੇ ਘਰ ਲੈ ਜਾਓ, ਆਪਦੀ ਰਸੋਈ 'ਚ ਪੜ੍ਹੋ, ਆਪਦੇ ਡਰਾਇੰਗ ਰੂਮ 'ਚ ਪੜ੍ਹੋ, ਆਪਦੇ ਘਰ ਪੜ੍ਹੋ, ਤੁਹਾਡਾ ਘਰ ਰੌਣਕ ਰਹੇਗੀ, ਬੱਚਿਆਂ ਨਾਲ ਭਰਿਆ ਰਹੂਗਾ। ਰਸੋਈ 'ਚੋਂ ਕਦੀ ਕੋਈ ਪਦਾਰਥ ਨਹੀਂ ਮੁੱਕੂਗਾ, ਤੁਹਾਡਾ ਮਨ ਹੋਰ ਨਹੀਂ ਕੁਛ ਪ੍ਰਸੰਨ ਅਤੇ ਖੁਸ਼ ਰਹੇਗਾ। ਬੰਦਾ ਨੱਚਦਾ ਰਹੂ ਘਰ ਦੇ ਵਿੱਚ, ਜਿਹੜਾ ਸੋਗ ਅਤੇ ਅਫਸੋਸ ਰਹਿੰਦਾ, ਨਿੰਦਿਆ ਚੁਗਲੀ ਈਰਖਾ ਦਵੈਖ ਲੜਾਈ ਝਗੜਾ ਭਾਂਡੇ ਖੜਕਦੇ, ਉਸ ਜਗ੍ਹਾ 'ਤੇ ਸ਼ਾਂਤੀ ਸਥਾਪਿਤ ਹੋ ਜਾਏਗੀ। ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ, ਨਾਨਕਸਰ ਵਾਲੇ ਮਹਾਂਪੁਰਖਾਂ ਦੇ, ਕਹਿੰਦੇ ਜਿੰਨਾ ਉੱਚੀ ਬੋਲ ਕੇ ਸੁਖਮਨੀ ਸਾਹਿਬ ਦਾ ਪਾਠ ਕਰੋਗੇ, ਓਨਾ ਕਲਯੁਗ ਤੁਹਾਡੇ ਤੋਂ ਥਰ ਥਰ ਕੰਬ ਕੇ ਅਤੇ ਗੇਟੋਂ ਬਾਹਰ ਹੋ ਜਾਏਗਾ। ਸੋ ਮਹਾਰਾਜ ਨੇ ਆਖਿਆ, ਸੁਖਮਨੀ ਸਾਹਿਬ ਦੀ ਇਹ ਪੰਗਤੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਅਸੀਂ ਹਮੇਸ਼ਾ ਹੀ ਕਲੇਸ਼ 'ਚ ਕਿਉਂ ਰਹਿੰਦੇ ਹਾਂ, ਭਟਕਦੇ ਕਿਉਂ ਰਹਿੰਦੇ ਹਾਂ, ਸਾਨੂੰ ਸ਼ਾਂਤੀ ਕਿਉਂ ਨਹੀਂ? ਕਿਉਂਕਿ ਭਜਨ ਨਾਮ ਤੋਂ ਬਗੈਰ। ਇਸ ਲਈ ਮਹਾਰਾਜ ਕਹਿੰਦੇ ਮਨੋ ਨਾ ਨਾਮ ਸਾਰ। ਇਹ ਗੁਰਮੁਖੋ ਮਨ ਦੇ ਵਿੱਚੋਂ ਕਦੀ ਵੀ ਨਾਮ ਨੂੰ ਨਾ ਬੁਲਾਓ, ਉੱਠਦਿਆਂ ਬਹਿੰਦਿਆਂ ਸੁੱਤਿਆਂ। ਆਪਾਂ ਮਾਲਾ ਫੜ ਕੇ ਚੌਂਕੜਾ ਮਾਰ ਕੇ ਤਾਂ ਨਹੀਂ ਆਪਦੇ ਪੁੱਤ ਨੂੰ ਯਾਦ ਕਰਦੇ। ਕਈਆਂ ਦੇ ਪੁੱਤ ਬਾਹਰ ਗਏ ਹੋਏ ਨੇ, ਮਾਂ ਮਾਲਾ ਤਾਂ ਨਹੀਂ ਫੇਰਦੀ ਪੁੱਤ ਦੀ, ਉਹ ਹਮੇਸ਼ਾ ਯਾਦ ਰੱਖਦੀ ਹੈ ਕੰਮ ਕਰਦੀ। ਜ਼ਰੂਰੀ ਨਹੀਂ ਵੀ ਮਾਲਾ ਫੇਰ ਕੇ ਹੀ ਵਾਹਿਗੁਰੂ ਵਾਹਿਗੁਰੂ ਹੋਣਾ ਹੈ। ਜਿਵੇਂ ਆਖਦੇ ਆਪਦੇ ਧੀਆਂ ਪੁੱਤਾਂ ਨੂੰ ਅਸੀਂ ਯਾਦ ਰੱਖਦੇ ਹਾਂ, ਇਸੇ ਤਰ੍ਹਾਂ ਸੋ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਯਾਦ ਕਰੀਦਾ, ਕਿਉਂ ਜੇ ਰੱਬ ਦੇ ਘਰ ਨਾਲ ਪਿਆਰ ਪਾ ਲਈਏ। ਅਤੇ ਜਿਹੜੇ ਦਰਸ਼ਨ ਹੁਣ ਕੀਤੇ ਨੇ ਇਹ ਅੱਠੇ ਪੈਰ ਅੱਖਾਂ 'ਚ ਰਹਿਣੇ ਚਾਹੀਦੇ ਨੇ। ਸੋ ਇੱਕ ਵਾਰ ਮਹਾਰਾਜ ਦੇ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਉਹ ਵਾਹਿਗੁਰੂ ਦਾ ਨਾਮ ਕੰਟੀਨਿਊ ਅੱਖਾਂ ਦੇ ਅੱਗੇ ਜ਼ਬਾਨ ਦੇ ਉੱਪਰ ਰਹਿਣਾ ਚਾਹੀਦਾ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਐ ਨੀ ਸੁਤੇ ਆਈਐ ਦਿਨ ਅਤੇ ਰਾਤ ਲਗਾਤਾਰ ਸੋ ਮਹਾਰਾਜ ਦੇ ਨਾਮ ਨੂੰ ਧਿਆਉਣਾ ਕਰੀਏ। ਜਿਉ
ਰਾਖੈ ਕਿਰਪਾ ਧਾਰ। ਪਹਿਲੀ ਗੱਲ ਕਿ ਨਾਮ ਨੂੰ ਧਿਆਈਏ, ਦੂਜੀ ਗੱਲ ਕਿ ਉਹਦਾ ਭਾਣਾ ਮੰਨੀਏ। ਜਿਵੇਂ ਰੱਬ ਰੱਖੇ ਮਿਹਰ ਦ੍ਰਿਸ਼ਟੀ ਧਾਰ ਕੇ ਉਵੇਂ ਹੀ ਪੀਵੈ ਸੁਖ ਪਾਈਐ। ਪ੍ਰਸੰਨ ਚਿੱਤ ਰਹਿ ਕੇ ਆਨੰਦ ਪਾਈਏ। ਕਈ ਵਾਰ ਮੈਂ ਵੇਖਿਆ ਕਿ ਆਪਾਂ ਧੱਕੇ ਨਾਲ ਅਰਦਾਸ ਕਰਕੇ ਚੀਜ਼ ਤਾਂ ਲੈ ਲੈਂਦੇ ਹਾਂ, ਪਰ ਉਹ ਫਿਰ ਮੁੜ ਕੇ ਦੁਖੀ ਕਰਦੀ ਹੈ। ਫਿਰ ਕਹੀਦਾ ਮਹਾਰਾਜ ਤੂੰ ਆਪਦੀ ਚੀਜ਼ ਨੂੰ ਲੈ ਲਾ, ਇਹਨੇ ਸਾਨੂੰ ਦੁਖੀ ਕਰ ਮਾਰਿਆ। ਇਹਦੇ ਨੂੰ ਅਸੀਂ ਨਾ ਹੀ ਮੰਗਦੇ, ਤੂੰ ਨਾ ਹੀ ਦਿੰਦਾ ਤਾਂ ਆਪਾਂ ਚੰਗੇ ਸੀਗੇ। ਬਦੋ ਬਦੀ ਦਾ ਜਿਹੜਾ ਸੌਦਾ ਹੁੰਦਾ ਜ਼ਬਰਦਸਤੀ ਦਾ, ਉਹ ਬੰਦੇ ਨੂੰ ਤੰਗ ਪਰੇਸ਼ਾਨ ਕਰਦਾ। ਅਤੇ ਮਹਾਰਾਜ ਨੂੰ ਕਦੀ ਤੰਗ ਨਹੀਂ ਕਰਨਾ ਚਾਹੀਦਾ। ਸਾਡੀ ਮਾਂ ਬੜੀ ਸਿਆਣੀ ਹੈ, ਸਾਡਾ ਪਿਓ ਬੜਾ ਤਜਰਬੇਕਾਰ ਹੈ। ਜਿਹੜੀ ਚੀਜ਼ ਦੀ ਲੋੜ ਹੈ ਆਪਦੀ ਮਰਜ਼ੀ ਨਾਲ ਉਹ ਦਿੰਦਾ। ਜੇ ਆਪਾਂ ਜ਼ਬਰਦਸਤੀ ਕਰਾਂਗੇ ਤਾਂ ਫਿਰ ਮੁਸ਼ਕਿਲ ਆ ਜਾਏਗੀ। ਇਹੋ ਮਹਾਰਾਜ ਦੇ ਭਾਣੇ 'ਚ ਰਹੀਏ। ਜੋ ਮਹਾਰਾਜ ਦਿੰਦਾ ਉਹਨੂੰ ਸੁੱਖ ਕਰਕੇ ਮਨਾਈਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਹਿਕਮਤ ਹੁਕਮ ਚੁਕਾਈਏ ਤਾਂ ਸੁਖੀ ਰਹਾਂਗੇ। ਜੇ ਧੱਕੇ ਨਾਲ ਲਾਂਗੇ ਤਾਂ ਫਿਰ ਆਪਾਂ ਦੁਖੀ ਹੋਵਾਂਗੇ। ਅਤੇ ਇਸ ਲਈ ਪੰਜਾਂ ਪਿਆਰਿਆਂ ਦੇ ਕੋਲੋਂ ਕਦੀ ਵੀ ਅਰਦਾਸ ਨਹੀਂ ਕਰਾਉਣੀ ਚਾਹੀਦੀ। ਕਿਤੇ ਐਮਰਜੈਂਸੀ ਹੋਵੇ ਤਾਂ ਤਾਂ ਬੜਾ ਵੱਖਰੀ ਗੱਲ ਹੈ। ਤੋ ਜੇ ਸਿੰਘ ਕਰਦੇ ਨੇ ਤਾਂ ਫਿਰ ਉਹ ਤਨਖਾਹ ਲਾ ਕੇ ਬਾਣੀ ਦੀ ਤਾਕਤ ਨਾਲ ਦਿੰਦੇ ਨੇ ਵੀ ਸਾਂਭਣ ਲਈ ਗੁਰਬਾਣੀ ਜ਼ਰੂਰ ਚਾਹੀਦੀ ਹੈ। ਤੋ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ। ਪੀਵੈ ਸੁਖ ਪਾਈਐ। ਜਿਵੇਂ ਮਹਾਰਾਜ ਕਰੇ ਤਿਵੇਂ ਸੁਖੀ ਰਹੀਏ। ਜਿਹੜੇ ਡਾਕਟਰ ਨੇ ਅੱਜ ਕੱਲ੍ਹ ਦੇ ਸਿਆਣੇ, ਬਾਹਰਲੀਆਂ ਕੰਟਰੀਆਂ ਵਾਲੇ ਕਦੀ ਟੀਕਾ ਨਹੀਂ ਲਾਉਂਦੇ। ਬੰਦੇ ਨੂੰ ਬੁਖਾਰ ਚੜ੍ਹਿਆ ਹੋਵੇ ਨਾ, ਟੀਕਾ ਤਾਂ ਲਾਉਂਦੇ ਹੀ ਨਹੀਂ। ਅਤੇ ਸਾਡੇ ਬੰਦੇ ਕਈ ਵਾਰ ਮੂਰਖ, ਬਿਮਾਰੀ ਦਾ ਜ਼ੋਰ ਪਿਆ ਹੋਵੇ ਉਹਨੂੰ ਇੱਕਦਮ ਰੋਕੀਏ। ਮੰਨ ਲਓ ਪਾਣੀ ਆ ਰਿਹਾ, ਜੇ ਤਰੀਕਾ ਨਾ ਬਣਾਇਆ ਰੋਕ ਦਿੱਤਾ, ਉਹ ਦੂਜਾ ਪਾਸਾ ਢਾਹ ਦੇਊਗਾ। ਤਾਈਓ ਹੱਡ ਹੁੱਡ ਆਉਂਦੇ ਨੇ। ਉਹਦਾ ਵਹਾਨ ਰੋਕ ਲਿਆ, ਟੀਕਾ ਠੋਕਤਾ, ਉਹ ਤਾਂ ਚੀਜ਼ ਰੁਕ ਗਈ ਅਤੇ ਦੂਜੇ ਪਾਸੇ ਇਨਫੈਕਸ਼ਨ ਵੱਧ ਗਈ। ਅਤੇ ਇਸ ਵਾਸਤੇ ਇੱਕਦਮ ਬੁਖਾਰ ਚੜ੍ਹਿਆ 102 ਜਾਂ 4 ਤਾਰਤਾ ਤਾਂ ਫਿਰ ਤਾਂ ਦਿਮਾਗ ਫਟੂਗਾ। ਅਤੇ ਇਸ ਲਈ ਸਿਆਣੇ ਬੰਦੇ ਹੌਲੀ ਹੌਲੀ ਤੋ ਇਉਂ ਕੋਈ ਵਿਪਤਾ ਆਈ ਹੈ ਅਤੇ ਆਹਿਸਤਾ ਆਹਿਸਤਾ ਮਹਾਰਾਜ ਦੂਰ ਵੀ ਕਰ ਦੇਗਾ। ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਇੱਕਦਮ ਕੋਈ ਵੀ ਚੀਜ਼ ਮੂੰਹ 'ਚ ਪਾਉਣ ਤੋਂ ਫਿਰ ਮੂੰਹ ਹੀ ਫੁੱਲਦਾ ਹੈ, ਪੇਟ ਆਫਰੂਗਾ। ਪਾਣੀ ਦੀ ਪਿਆਸ ਲੱਗੀ, ਘੁੱਟ ਘੁੱਟ ਕਰਕੇ ਡਾਕਟਰ ਕਹਿੰਦੇ ਪੀਓ। ਤੋ ਕੁਛ ਵੀ ਹੈ ਉਹ ਲਿਮਟ ਦਾ ਹੈ। ਜਿਵੇਂ ਮਹਾਰਾਜ ਰੱਖਦਾ ਤਿਵੇਂ ਰਹੀਏ, ਸੁਖ ਮਾਣਾਂਗੇ। ਮੈਂ ਅੰਦਲੇ ਹਰ ਨਾਮ। ਮੈਂ ਅੰਨਾ ਤੇ ਪ੍ਰਭੂ ਦਾ ਨਾਮ ਜੋ ਹੈ ਲਗਟੀ ਟੋਹਣੀ। ਜਿਵੇਂ ਨਿਗਾਹ ਤੋਂ ਹੀਣੇ ਅੰਨੇ ਲਈ ਟੋਹਣ ਵਾਲੀ ਸੋਟੀ ਹੁੰਦੀ ਹੈ, ਇਹ ਮਹਾਰਾਜ ਦਾ ਨਾਮ ਮੇਰੇ ਹੱਥ ਵਿੱਚ ਡੰਗੋਰੀ ਹੈ। ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦ ਕਰ। ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ। ਰਹੋ ਸਾਹਿਬ ਕੀ ਟੇਕ। ਮਾਲਕ ਦੀ ਓਟ ਆਸਰੇ ਮੈਂ ਰਹਿੰਦਾ ਹਾਂ। ਨਾ ਮੂਹ ਹੈ ਮੋਹਣੀ। ਜਿਸ ਕਰਕੇ ਮੋਹਣ ਵਾਲੀ ਮਾਇਆ ਮੈਨੂੰ ਮੋਹਿਤ ਨਹੀਂ ਕਰ ਸਕਦੀ। ਰਹਾ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੈ ਦੇਖਾਓ ਤਹਿ ਨਾਲ। ਮੈਂ ਜਿੱਥੇ ਵੀ ਵੇਖਦਾ ਤੇ ਮੇਰੇ ਨਾਲ ਗੁਰ ਦੇਖਾ ਲਿਆ। ਗੁਰਾਂ ਨੇ ਪਰਮਾਤਮਾ ਨੂੰ ਦਿਖਾ ਲਿਆ ਹੈ। ਅੰਦਰ ਬਾਹਰ ਭਾਲ। ਅੰਦਰ ਤੇ ਬਾਹਰ ਮੈਂ ਭਾਲਦਾ ਸੀਗਾ, ਪਹਿਲਾਂ ਭਟਕਦਾ ਸੀ। ਜਦੋਂ ਦੇ ਗੁਰਦੁਆਰੇ ਆਏ ਆ ਉਦੋਂ ਦਾ ਸਾਰੀ ਭਟਕਣਾ ਮੁੱਕ ਗਈ ਹੈ। ਸੁੱਖ ਦੀ ਨੀਂਦੇ ਸੌਂਈਦਾ ਹੈ, ਰੱਜ ਕੇ ਖਾਈਦਾ, ਰੱਜ ਕੇ ਸੌਂਈਦਾ ਹੈ। ਕਿਸੇ ਚੀਜ਼ ਦੀ ਕੋਈ ਤਮੰਨਾ ਹੀ ਨਹੀਂ ਰਹੀ, ਕੋਈ ਤ੍ਰਿਸ਼ਨਾ ਹੀ ਨਹੀਂ, ਕੋਈ ਭਟਕਣਾ ਹੀ ਨਹੀਂ ਰਹੀ। ਕਿਤੇ ਜਾਣ ਨੂੰ ਜੀ ਨਹੀਂ ਕਰਦਾ, ਜੀ ਕਰਦਾ ਵੀ ਇੱਥੇ ਬੈਠੇ ਰਹੋ। ਉਹਦਾ ਧੱਕੇ ਨਾਲ ਜੇ ਦੋ ਬਿਮਾਰੀਆਂ ਰੱਬ ਸਾਡੀਆਂ ਦੂਰ ਕਰ ਦੇ, ਇੱਕ ਭੁੱਖ ਨਾ ਲੱਗੇ, ਦੂਜੀ ਨੀਂਦ ਨਾ ਆਏ, ਤਾਂ ਇੱਥੇ ਜਿਉਂਦਿਆਂ ਨੂੰ ਸੱਚਖੰਡ, ਸੱਚਖੰਡ 'ਚ ਅਤੇ ਇੱਥੋਂ 'ਚ ਇਹੀ ਫਰਕ ਹੈ ਵੀ ਇੱਥੇ ਬੰਦੇ ਨੂੰ ਬਿਮਾਰੀਆਂ ਤੰਗ ਕਰਦੀਆਂ। ਇੱਕ ਨੀਂਦ ਆ ਜਾਂਦੀ ਹੈ, ਦੂਜੀ ਭੁੱਖ ਲੱਗ ਜਾਂਦੀ ਹੈ। ਇਹੀ ਮਾਤ ਲੋਕ ਹੈ। ਮਹਾਰਾਜ ਕਹਿੰਦੇ ਵੀ ਜਿਹਨੂੰ ਲੱਭਦੇ ਸੀ ਸ਼ਬਦ ਨਿਹਾਲਿਆ। ਗੁਰਾਂ ਨੇ ਉਪਦੇਸ਼ ਦੀ ਕਮਾਈ ਦੁਆਰਾ ਹਿਰਦੇ 'ਚ ਸਾਨੂੰ ਦਿਖਾਲ ਦਿੱਤਾ ਹੈ। ਸੇਵੀ ਸਤਿਗੁਰ ਪਾਏ। ਹੁਣ ਮੈਂ ਪਿਆਰ ਨਾਲ ਸਤਿਗੁਰਾਂ ਨੂੰ ਸੇਵਦਾ ਹਾਂ। ਨਾਮ ਨਿਰੰਜਨਾ। ਪਰਮੇਸ਼ਰ ਦਾ ਨਾਮ ਜਪਦਾ, ਸਤਿਗੁਰਾਂ ਦੇ ਅਨੁਸਾਰ ਹੋ ਕੇ ਨਾਮ ਦਾ ਸੇਵਨਾ ਕਰਦਾ।
ਇਸ ਲਈ ਇੰਜ ਬੇਨਤੀ ਕਰੀਏ, ਭਾਵੈ ਤਿਵੈ ਰਜਾਈ। ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਆਪ ਦੀ ਆਗਿਆ 'ਚ ਚਲਾ। ਭਰਮ ਭਉ ਭੰਜਨਾ। ਭਰਮ ਤੇ ਡਰ ਨੂੰ ਨਾਸ਼ ਕਰਨ ਵਾਲੇ ਪਰਮਾਤਮਾ ਸਾਡਾ ਵੀ ਭਰਮ ਤੇ ਡਰ ਨਾਸ਼ ਕਰ ਦੇ। ਜਨਮਤ ਹੀ ਦੁਖ ਲਾਗੈ। ਜੰਮਦਿਆਂ ਸਾਰੀ ਦੁੱਖ ਬੱਚੇ ਨੂੰ ਆ ਕੇ ਲੱਗ ਜਾਂਦੇ ਨੇ। ਜੰਮਦਿਆਂ ਹੀ ਰੋਣ ਲੱਗ ਪੈਂਦਾ ਹੈ। ਜਿਉਂ ਰੋਣਾ ਇਹਦੇ ਗਲ ਪਿਆ ਮਰਨ ਤੱਕ ਰੋਂਦਾ ਹੀ ਰਹਿੰਦਾ ਹੈ। ਮਰਨ ਆਈ ਕੈ। ਸੋ ਫਿਰ ਅੰਤ ਨੂੰ ਮੌਤ ਆ ਕੇ ਚੰਬੜ ਜਾਂਦੀ ਹੈ, ਉਦੋਂ ਵੀ ਰੋਂਦਿਆਂ ਹੀ ਜਾਂਦਾ ਹੈ। ਤੋ ਪਹਿਲਾਂ ਬਚਪਨ 'ਚ ਅਗਿਆਨ ਕਰਕੇ ਦੁਖੀ ਹੁੰਦਾ, ਕਿਸ਼ੋਰ ਜਵਾਨੀ 'ਚ ਅਤੇ ਜਵਾਨੀ ਦੇ ਨਸ਼ੇ ਵਿੱਚ ਜਿਵੇਂ ਬੰਦਾ ਨਸ਼ੇ 'ਚ ਮੱਤ ਮਾਰੀ ਜਾਂਦੀ ਤਾਂ ਦੁਖੀ ਹੁੰਦਾ। ਬੁਢੇਪੇ 'ਚ ਝੋਰਿਆਂ ਦਾ ਦੁੱਖ ਆ ਕੇ ਘੇਰ ਲੈਂਦਾ, ਮੌਤ ਆ ਕੇ ਹੋਰ ਦੁਖੀ ਕਰਦੀ ਹੈ। ਜਨਮ ਮਰਨ ਪ੍ਰਵਾਨ। ਸੋ ਜੰਮਣਾ ਤੇ ਮਰਨਾ ਪ੍ਰਮਾਣਿਤ ਹੁੰਦਾ ਹੈ। ਹਰ ਗੁਣ ਗਾਈ ਕੈ। ਜੇ ਹਰੀ ਦੇ ਗੁਣਾਂ ਨੂੰ ਗਾਵਾਂਗੇ ਜਨਮ ਦੇ ਅਭਿਮਾਨ ਮਲੋਂ ਮਰ ਕੇ ਪ੍ਰਵਾਨ ਹੋਈਦਾ। ਹਉ ਨਾਹੀ ਤੂੰ ਹੁਬਹਿ। ਇੰਝ ਬੇਨਤੀ ਕਰੀਏ, ਹੇ ਮਹਾਰਾਜ ਮੈਂ ਤਿੰਨਾਂ ਕਾਲਾਂ ਦੇ ਵਿੱਚ ਕੁਝ ਨਹੀਂ ਹਾਂ। ਤੁਧ ਹੀ ਸਾਜਿਆ। ਤੂੰ ਪਿੱਛੇ ਵੀ ਵਿਆਪਕ ਸੀ, ਹੁਣ ਵੀ ਵਿਆਪਕ ਹੈ, ਅੱਗੇ ਨੂੰ ਵਿਆਪਕ ਹੋਵੇਂਗਾ। ਤੂੰ ਸਾਰੇ ਸੰਸਾਰ ਨੂੰ ਆਪ ਹੀ ਸਾਜਿਆ ਹੈ। ਆਪੇ ਥਾਪੋ ਥਾਪ। ਆਪੇ ਹੀ ਸੰਸਾਰ ਨੂੰ ਸਥਿਤ ਕਰਕੇ ਫਿਰ ਪੁੱਟ ਵੀ ਦਿੰਦਾ, ਜਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਪੁੱਟ ਸੁੱਟਦਾ, ਜਾਂ ਅਗਿਆਨ ਨੂੰ ਪੁੱਟ ਕੇ ਗਿਆਨ ਨੂੰ ਅਸਥਿਤ ਕਰ ਦਿੰਦਾ ਹੈ। ਸ਼ਬਦ ਨੇ ਵਾਜਿਆ। ਗੁਰਮੁਖ ਜਨਾਂ ਨੂੰ ਗੁਰ ਸ਼ਬਦ ਦੁਆਰਾ ਤੂੰ ਵਡਿਆਉਣਾ ਕਰਦਾ ਹੈ। ਇਹੀ ਭਸਮ ਰੁਲਾਈ। ਇਸ ਦੇਹੀ ਕਾਇਆ ਦੇ ਵਿੱਚ ਅੰਤ ਨੂੰ ਸਵਾਹ ਹੈ, ਇਹ ਸਵਾਹ ਵਿੱਚ ਰੁਲ ਜਾਏਗੀ। ਨਾ ਜਾਪੀ ਕਹਿ ਗਿਆ। ਪਰ ਇਹ ਨਹੀਂ ਜਾਣਿਆ ਜਾਂਦਾ ਕਿ ਜੀਵ ਆਤਮਾ ਕਿੱਥੇ ਗਿਆ। ਆਤਮ ਪੁਰਾਣ 'ਚ ਲਿਖਿਆ ਮਿਲਦਾ ਹੈ ਕਿ ਜੇਕਰ ਕਿਸੇ ਦੇ ਪ੍ਰਾਣ ਧੁੰਨੀ ਰਾਹੀਂ ਨਿਕਲਣ ਤਾਂ ਭੌਰੇ ਦੀ ਜੋਨ 'ਚ ਜਾਂਦਾ। ਜਿਨ੍ਹਾਂ ਦੇ ਨਾਸਾਂ ਦੁਆਰਾ ਨਿਕਲਣ ਉਹ ਖੁਸ਼ਬੂ ਲੈਣ ਵਾਲੀਆਂ ਜੋਨਾਂ ਜਾਂਦਾ। ਜਿਹੜੇ ਦਸਮ ਦੁਆਰ ਰਾਹੀਂ ਪ੍ਰਾਣ ਕੱਢਦੇ ਉਹ ਬ੍ਰਹਮ ਲੋਕ ਜਾਂਦੇ। ਜਿਹੜੇ ਅੱਖਾਂ ਰਾਹੀਂ ਪ੍ਰਾਣ ਨਿਕਲਣ ਵਾਲੇ ਉਹ ਪਤੰਗਿਆਂ ਦੀ ਜੋਨ 'ਚ, ਜ਼ਬਾਨ ਰਾਹੀਂ ਮੱਛੀ ਦੀ ਜੋਨ 'ਚ, ਅਤੇ ਲਿੰਗ ਰਾਹੀਂ ਹਾਥੀ ਦੀ ਜੋਨ 'ਚ, ਮੂਲ ਦੁਆਰੇ ਰਾਹੀਂ ਵਿਸ਼ਟਾ ਦੇ ਕੀੜਿਆਂ ਦੀ ਜੋਨ 'ਚ ਜਾਂਦੇ। ਇਉਂ ਆਤਮ ਪੁਰਾਣ 'ਚ ਕਥਾ ਲਿਖੀ ਆ। 11 ਜਗ੍ਹਾ ਮੰਨੀਆਂ ਨੇ, ਪਰ ਗੁਰਮਤਿ ਦਾ ਇਹ ਸਿਧਾਂਤ ਹੈ ਜਿਤ ਲਾਗੂ ਮਨ ਵਾਸਨਾ। ਪ੍ਰਾਣ ਜਿੱਧਰ ਦੀ ਮਰਜ਼ੀ ਨਿਕਲਣ, ਪਰ ਬੰਦੇ ਦੀ ਸੁਰਤ ਜਿਹਦੇ 'ਚ ਲੱਗੀ ਹੋਏ ਉਧਰ ਨੂੰ ਜੀਵ ਆਤਮਾ ਜੂਨ ਧਾਰਨ ਕਰ ਲੈਂਦੀ ਹੈ। ਆਪੇ ਰਹਿਆ ਸਮਾਈ। ਜਿਤ ਲਾਗੂ ਮਨ ਵਾਸਨਾ ਅੰਧ ਸਾਈ ਪ੍ਰਗਟਾਨੀ। ਪਰ ਗੁਰਮੁਖ ਜਨ ਦਾ ਇਹ ਨਿਸ਼ਚੈ ਕਿ ਤੂੰ ਆਪ ਹੀ ਸਾਰੇ ਸਮਾਰਿਆ ਮਿਲ ਰਿਹਾ ਹੈ। ਸੋ ਵਿਸਮਾਦ ਭਇਆ। ਉਹ ਗੁਰਮੁਖ ਜਨ ਅਚਰਜ ਰੂਪ ਪਰਮੇਸ਼ਰ ਨੂੰ ਬਾ ਕੇ ਵਿਸਮਾਦ ਰੂਪ ਹੋਇਆ ਹੈ। ਤੂੰ ਨਾਹੀ ਪ੍ਰਭ ਦੂਰ। ਹੇ ਰੱਬ ਜੀ ਤੂੰ ਦੂਰ ਨਹੀਂ ਹੈ। ਤੂੰ ਜੀਵਾਂ ਦੇ ਕਰਮ ਕਿਰਿਆ ਆਦਿਕ ਸਾਰਾ ਕੁਝ ਹੀ ਜਾਣ ਹੈ ਸਭ ਤੂੰ ਹੈ। ਤੂੰ ਸਭ ਕੁਝ ਜਾਣਦਾ ਹੈ। ਗੁਰਮੁਖ ਵੇਖ ਦੂਰ। ਗੁਰਮੁਖ ਜਨ ਤੈਨੂੰ ਆਪਣੇ ਨੇੜੇ ਵੇਖਦਾ ਹੈ। ਅੰਤਰ ਵੀ ਤੂੰ ਹੈ। ਹਿਰਦੇ ਵਿੱਚ ਵੀ ਤੂੰ ਹੈ ਤੇ ਦੁਨੀਆ ਵਿੱਚ ਵੀ ਤੂੰ ਹੀ ਵਿਆਪਕ ਹੈ। ਮੈਂ ਦੀਜੈ ਨਾਮ ਨਿਵਾਸ। ਇਹ ਮਹਾਰਾਜ ਕਿਰਪਾ ਕਰਕੇ ਮੇਰੇ ਹਿਰਦੇ 'ਚ ਨਾਮ ਦਾ ਵਾਸਾ ਦੇਣਾ ਕਰੋ ਜੀ। ਅੰਤਰ ਸ਼ਾਂਤ ਹੋਏ। ਤਾਂ ਜੋ ਮੇਰੇ ਹਿਰਦੇ 'ਚ ਲੱਗੀ ਹੋਈ ਅੱਗ ਤ੍ਰਿਸ਼ਨਾ ਈਰਖਾ ਦੀ ਇਹ ਸ਼ਾਂਤ ਹੋ ਜਾਏ, ਮੈਨੂੰ ਸ਼ਾਂਤੀ ਪ੍ਰਾਪਤ ਹੋ ਜਾਏ। ਗੁਣ ਗਾਵੈ ਨਾਨਕ ਦਾਸ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਸੱਚੇ ਗੁਰੂ ਦੀ ਸਤਿਗੁਰ। ਅਗਲੀ ਅੱਧੀ ਪੰਕਤੀ ਪੜ੍ਹ। ਸਤਿਗੁਰ ਮਤ ਦੇ। ਕਈ ਵਾਰ ਅੱਧੀ ਪੰਕਤੀ ਪਿਛਲੀ ਪਹਿਲਾਂ ਕਰੀ ਦੀ ਹੈ। ਸਾਨੂੰ ਸਤਿਗੁਰੂ ਸੱਚੇ ਗੁਰੂ ਦੀ ਸਿੱਖਿਆ ਦੇਣਾ ਕਰ, ਜੋ ਕਿ ਮੈਂ ਦਾਸ ਸੇਵਕ ਤੇਰੇ ਗੁਣਾਂ ਨੂੰ ਹਮੇਸ਼ਾ ਹੀ ਗਾਉਂਦਾ ਰਹਾਂ। ਜਿਹੜਾ ਸਾਡਾ ਕੰਮ ਹੈ ਕੀਰਤਨ ਦਾ ਜਾਂ ਕਥਾ ਦਾ, ਇਹ ਭੱਜ ਨੱਠ ਵਾਲਾ ਨਹੀਂ ਹੈ। ਭੱਜ ਨੱਠ 'ਚ ਬੰਦਾ ਸਾਊ ਸਾਈ ਬੋਲੂਗਾ ਕੀ, ਅਤੇ ਕਦੇ ਫੋਨ ਵੀ ਆ ਜਾਏ ਦਿਮਾਗ ਭੌਂ ਜਾਂਦਾ। ਘੰਟਾ ਪਹਿਲਾਂ
ਚੁੱਪ ਰਹਿਣਾ ਪੈਂਦਾ ਹੈ। ਜੇ ਕਿਸੇ ਦਾ ਫੋਨ ਆਵੇ ਵੀ ਮੈਂ ਤਾਂ ਹੱਥ ਜੋੜ ਦਿੰਦਾ ਵੀ ਮੈਂ ਤਾਂ ਕਥਾ ਕਰਨ ਚੱਲਿਆ ਜੀ। ਕਿਸੇ ਨੇ ਵੀ ਟਾਈਮ ਲੈਣਾ ਹੋਵੇ ਉਹਨੂੰ ਬਾਅਦ ਦਾ ਹੀ ਆਖੀਦਾ ਵੀ ਭੋਗ ਤੋਂ ਬਾਅਦ ਹੀ ਮਿਲਾਂਗੇ, ਕਿਉਂਕਿ ਇਹ ਗੱਲਾਂ ਬਾਤਾਂ 'ਚ ਚੇਤਾ ਹੀ ਭੁੱਲ ਜਾਂਦਾ ਵੀ ਕੀ ਕਰਨਾ, ਕੀ ਕਰ ਰਹੇ ਹਾਂ। ਅਤੇ ਇਸ ਲਈ ਇਹ ਕੰਮ ਜਿਹੜਾ ਸ਼ਾਂਤੀ ਵਾਲਾ ਹੈ। ਅਤੇ ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਵੀ ਘੰਟਾ ਪਹਿਲਾਂ ਸੌਂ ਕੇ ਆਈਏ, ਘਰ ਅਖੰਡ ਪਾਠ ਰਖਾਈਏ, ਸਹਿਜ ਪਾਠ ਰਖਾਈਏ ਅਤੇ ਬਿਸਤਰਾ ਜ਼ਰੂਰੀ ਲਾਈਦਾ। ਜਿਸ ਪਾਠੀ ਨੇ ਨੀਂਦ ਨਹੀਂ ਲਈ ਉਹ ਪੜ੍ਹੂਗਾ ਕੀ ਦੱਸੋ। ਸੌਣਾ ਜ਼ਰੂਰੀ ਹੈ ਸਾਡੇ ਕੰਮ ਦੇ ਵਿੱਚ। ਮੰਨ ਲਓ 2 ਘੰਟੇ ਦਾ ਕੰਮ ਹੈ ਅਤੇ 4 ਘੰਟੇ ਦੀ ਨੀਂਦ ਪਹਿਲਾਂ ਬੰਦੇ ਨੇ ਲਈ ਹੋਵੇ ਤਾਂ ਉਹ 2 ਘੰਟੇ ਕੱਢ ਸਕਦਾ। ਜੇ ਘੰਟੇ ਦਾ ਕੰਮ ਹੈ ਅਤੇ 2 ਘੰਟੇ ਉਹ ਸੌਂ ਕੇ ਆਊਗਾ ਤਾਂ ਘੰਟਾ ਕੱਢ ਸਕਦਾ। ਬਾਕੀ ਦੇ ਕੰਮ ਆਪਾਂ ਭੱਜ ਨੱਠ 'ਚ ਕਰ ਸਕਦੇ ਹਾਂ ਕਾਹਲੀ ਕਾਹਲੀ, ਜਾਂ ਸਾਨੂੰ ਪਤਾ ਨਹੀਂ ਨੌਲੇਜ ਨਹੀਂ ਆਪਾਂ ਕੀਤੇ ਨਹੀਂ। ਅਤੇ ਪਰ ਜਿੰਨੀ ਕੁ ਜਾਣਕਾਰੀ ਆ ਜਿਹੜਾ ਕੰਮ ਹੈ ਕੋਈ ਵੀ ਬਹਿਣ ਖਲੋਣ ਵਾਲਾ ਗੁਰੂ ਘਰ ਦਾ ਇਹ ਬਿਲਕੁਲ ਫਰੈਸ਼ ਦਾ ਹੈ। ਤਾਈਓ ਅੰਮ੍ਰਿਤ ਵੇਲਾ ਸੱਚ ਨਾਓ ਵੀ ਸੁੱਤਿਆ ਉੱਠਾ ਬੰਦਾ ਨਹਾ ਧੋ ਕੇ ਸਿੱਧਾ ਗੁਰਦੁਆਰੇ ਆਏ ਅਤੇ ਸ਼ਾਮਾਂ ਨੂੰ ਫਿਰ ਰਿਲੈਕਸ ਹੋ ਕੇ ਗੁਰੂ ਘਰ ਦੀ ਹਾਜ਼ਰੀ ਭਰੇ। ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਸਾਨੂੰ ਸ਼ਾਂਤੀ ਦੇ, ਸਾਡੇ ਹਿਰਦੇ 'ਚ ਨਾਮ ਵਸਾ ਦੇ। ਜੇ ਨਾਮ ਵਸਿਆ ਹੋਊਗਾ, ਸ਼ਾਂਤੀ ਹੋਊਗੀ ਤਾਂ ਹੀ ਆਪਾਂ ਤੇਰੇ ਗੁਣ ਗਾ ਸਕਦੇ ਹਾਂ, ਨਹੀਂ ਤਾਂ ਬੋਲਣਾ ਬੜਾ ਔਖਾ ਹੈ। ਸਭ ਕੁਛ ਹੀ ਭੁੱਲ ਜਾਂਦਾ। ਅਤੇ ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰ, ਭੁੱਲ ਚੋਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਮੈਂ ਦੀਜੈ ਨਾਮ ਨਿਵਾਸ, ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ। ਸਤਿਗੁਰ ਮਤ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।